ਪੰਜਾਬੀ ਨੈਸ਼ਨਲ ਟੈਲੀਵਿਜ਼ਨ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਸਾਰੇ ਹੀ ਦਰਸ਼ਕਾਂ ਦਾ ਐਡਮਿੰਟਨ ਸਟੂਡੀਓ ਤੋਂ ਸਵਾਗਤ। ਜੀ ਆਇਆਂ ਨੂੰ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਐਡਮਿੰਟਨ ਡਾਇਰੀ। ਦੋਸਤੋ, ਭਾਵੇਂ ਹੋਵੇ ਕੈਨੇਡਾ ਜਾਂ ਹੋਵੇ ਇੰਡੀਆ, ਜਦੋਂ ਸਾਡੀਆਂ ਬੇਸਿਕ ਨੀਡਸ, ਮੁੱਢਲੀਆਂ ਲੋੜਾਂ ਦੀ ਗੱਲ ਚੱਲਦੀ ਹੈ, ਰੋਟੀ ਕੱਪੜਾ ਮਕਾਨ, ਅਤੇ ਉਹ ਹਰ ਜਗ੍ਹਾ ਸੇਮ ਹੁੰਦੀਆਂ ਨੇ। ਪਰ ਕੈਨੇਡਾ ਵਰਗੇ ਦੇਸ਼ ਦੇ ਵਿੱਚ ਜਦੋਂ ਅਸੀਂ ਘਰ ਦੀ ਗੱਲ ਕਰਦੇ ਹਾਂ ਜਾਂ ਡਰੀਮ ਹੋਮ ਦੀ ਗੱਲ ਕਰਦੇ ਹਾਂ, ਤਾਂ ਇੱਕ ਖਾਸ ਸੈਕਸ਼ ਦੀਆਂ ਸੇਵਾਵਾਂ ਸਾਡੇ ਜ਼ਿਹਨ ਦੇ ਵਿੱਚ ਆਉਂਦੀਆਂ ਨੇ, ਉਹ ਹੈ ਜੀ ਰੀਅਲਟਰ। ਸੋ ਅੱਜ ਸਾਡੇ ਸਟੂਡੀਓ ਵਿੱਚ ਐਡਮਿੰਟਨ ਸ਼ਹਿਰ ਦੇ ਨਾਮਵਰ ਰੀਅਲਟਰ ਨੈਮ ਕਲਾਰ ਜੀ ਜੁੜੇ ਹਨ। ਆਓ ਜੀ ਇਹਨਾਂ ਦਾ ਪਹਿਲਾਂ ਸਵਾਗਤ ਕਰ ਲਈਏ। ਭਾਅ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਸਟੂਡੀਓ ਸੱਦਿਆ। ਜੀ ਆਇਆਂ ਨੂੰ ਜੀ। ਭਾਅ ਜੀ ਆਪਾਂ ਗੱਲਬਾਤ ਕਰੀਏ ਸ਼ੁਰੂ, ਅਤੇ ਨੈਮ ਕੁਲਾਰ ਜੀ ਦੇ ਪਿਛੋਕੜ ਤੋਂ ਕਰੀਏ। ਹਾਂਜੀ, ਕਿ ਨੈਮ ਕੁਲਾਰ ਜੀ ਕਿਹੜੇ ਪਿੰਡ, ਕਿਹੜੇ ਗ੍ਰਾਂ ਤੋਂ ਸੰਬੰਧ ਰੱਖਦੇ ਨੇ? ਹਾਂਜੀ, ਕੈਨੇਡਾ ਕਦੋਂ ਤੇ ਕਿਵੇਂ ਪਹੁੰਚੇ? ਮੇਰਾ ਪਿਛੋਕੜ ਜੀ ਜਨਮ ਪੰਜਾਬ ਦੇ ਵਿੱਚ ਹੀ ਹੋਇਆ, ਅਤੇ ਪਿੰਡ ਹੈਗਾ ਜੀ ਘੁੰਗਰਾਲੀ ਰਾਜਪੂਤਾਂ। ਕਿਆ ਬਾਤ। ਖੰਨਾ ਸ਼ਹਿਰ ਦੇ ਤਹਿਸੀਲ ਖੰਨਾ ਪੈਂਦੀ ਆ, ਅਤੇ ਖੰਨਾ ਸ਼ਹਿਰ ਦੇ ਨਾਲ ਬਿਲੋਂਗ ਕਰਦੇ ਹਾਂ ਜੀ। ਉੱਥੇ ਮਾਲਵੇ ਤੋਂ ਜੀ, ਅਤੇ ਬੋਲੀ ਤੋਂ ਵੀ ਤੁਹਾਨੂੰ ਥੋੜ੍ਹਾ ਜਿਹਾ ਪਤਾ ਲੱਗ ਹੀ ਜਾਏਗਾ। ਬਿਲਕੁਲ। ਅਤੇ ਸਾਡਾ ਪਿੰਡ ਰਾਜਪੂਤਾਂ ਜੀ, ਅਤੇ ਮੁਸਲਮਾਨਾਂ ਦਾ ਪਿੰਡ ਹੁੰਦਾ ਸੀਗਾ ਆਪਣੇ ਵੰਡ ਤੋਂ ਪਹਿਲਾਂ, ਅਤੇ ਫਿਰ ਉਹ ਰਾਜਪੂਤਾਂ ਸਾਡੇ ਨਾਲ ਹੀ ਜੁੜਦਾ ਗਿਆ। ਕਿਆ ਬਾਤ। ਅਤੇ ਸਾਡੇ ਪਿੰਡ ਦੇ ਵਿੱਚ ਲਾਸਟ ਨੇਮ ਜਿਵੇਂ ਆਪਾਂ ਕਹਿ ਦਿੰਦੇ ਹਾਂ ਗੋਤ ਬਹੁਤ, ਕਿਉਂਕਿ ਅਸੀਂ ਬਾਹਰੋਂ ਆ ਕੇ ਵਸੇ ਹੋਏ ਹਾਂ, ਉੱਥੇ ਕੋਈ ਪਿੰਡ ਦੇ ਪੁਰਾਣੇ ਵਸਨੀਕ ਨਹੀਂ ਸੀਗੇ। ਬਿਲਕੁਲ। ਅਤੇ ਮੈਂ ਕੈਨੇਡਾ ਜੀ 95 ਦੇ ਵਿੱਚ ਆ ਗਿਆ ਸੀ, ਅਤੇ ਮੇਰੀ ਸਾਰੀ ਮੁੱਢਲੀ ਐਜੂਕੇਸ਼ਨ ਗ੍ਰੇਡ 12 ਜਿਵੇਂ ਸਕੂਲ, ਕਾਲਜ ਸਾਰਾ ਮੈਂ ਇੱਥੇ ਆ ਕੇ ਕੀਤਾ ਜੀ। ਅਤੇ ਆਇਆਂ ਨੂੰ ਹੁਣ ਵਾਹਵਾ ਚਿਰ ਹੋ ਗਿਆ ਜੀ, ਹੁਣ ਤਾਂ ਗਿਣਨੇ ਪੈਂਦੇ ਨੇ ਕਿੰਨਾ ਸਾਲ ਹੋ ਗਿਆ। ਚੋਖਾ ਸਮਾਂ ਹੋ ਗਿਆ ਜੀ। ਬਿਲਕੁਲ ਜੀ। ਹਾਂਜੀ। ਔਰ ਅਗਰ ਗੱਲ ਕਰੀਏ ਹਾਂਜੀ ਰੀਅਲਟਰ ਤੱਕ ਦੀ ਜਿਹੜਾ ਤੁਹਾਡਾ ਸਫ਼ਰ ਆ, ਹਾਂਜੀ, ਇਹ ਕਿਵੇਂ ਦਾ ਰਿਹਾ? ਕਿਹੜੇ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਅੱਜ ਨੈਮ ਕਲਾਰ ਐਡਮਿੰਟਨ ਸ਼ਹਿਰ ਦੇ ਇੱਕ ਨਾਮਵਰ ਰੀਅਲਟਰ ਬਣ ਗਏ ਨੇ? ਥੈਂਕ ਯੂ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਕੁਐਸਚਨ ਇਹ ਆਪਣਾ ਟਾਈਮ ਆਪਾਂ ਥੋੜ੍ਹਾ ਜਿਹਾ ਕੋਸ਼ਿਸ਼ ਕਰਾਂਗੇ ਵੀ ਛੇਤੀ ਨਿਬੇੜ ਦਈਏ। ਬਿਲਕੁਲ। ਕਿਉਂਕਿ ਮੈਂ ਸਿਰਫ ਰੀਅਲ ਸਟੇਟ ਕਰਨ ਸਿਰਫ ਪਿਛਲੇ 5-6 ਸਾਲ ਤੋਂ ਹੀ ਲੱਗਿਆ ਜੀ। ਠੀਕ ਹੈ ਜੀ। ਉਸ ਤੋਂ ਪਹਿਲਾਂ ਗ੍ਰੈਜੂਏਸ਼ਨ ਕੀਤੀ, ਕਾਲਜ ਦੇ ਵਿੱਚ ਡਿਪਲੋਮਾ ਕੀਤਾ, ਅਤੇ ਜੋਬ ਕਰਦੇ ਰਿਹਾ ਜੀ। ਕੰਸਟਰਕਸ਼ਨ ਕੰਪਨੀ ਸੀ ਵੱਡੀ, ਉੱਥੇ ਮੈਂ ਜੋਬ ਕੀਤੀ। ਹੈੱਡ ਆਫਿਸ ਉਹਨਾਂ ਦਾ US ਦੇ ਵਿੱਚ ਆ, ਅਤੇ ਮੈਂ ਕਾਫੀ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਮੂਵ ਹੋਇਆ ਕੰਪਨੀ ਦੇ ਨਾਲ। ਮੈਂ ਕੈਲਗਰੀ ਵੀ ਰਿਹਾ, ਮੈਂ US ਵੀ ਰਿਹਾ, ਫਿਰ ਫੋਰਟ ਮੈਕਮੁਰੀ ਵੀ ਕੰਮ ਕੀਤਾ, ਅਤੇ ਸ਼ੇਰਵੁੱਡ ਪਾਰਕ ਕੰਮ ਕੀਤਾ, ਅਤੇ ਮੁੜ ਕੇ ਫਿਰ ਐਡਮਿੰਟਨ ਦੇ ਵਿੱਚ ਦੁਬਾਰਾ ਫਿਰ ਵਾਪਸ ਆ ਗਏ, ਅਤੇ ਇੱਥੇ ਸੰਬੰਧ ਬਣ ਗਿਆ, ਕੰਟੈਕਟ ਬਣ ਗਏ। ਕੰਸਟਰਕਸ਼ਨ ਦੀ ਬੈਕਗਰਾਊਂਡ ਸੀ, ਐਜੂਕੇਸ਼ਨ ਅਕਾਊਂਟਿੰਗ ਦੀ ਸੀ, ਕੰਪਨੀ ਕੰਸਟਰਕਸ਼ਨ ਦੀ ਸੀਗੀ। ਉੱਥੇ ਮੈਂ ਪ੍ਰੋਜੈਕਟ ਕੰਟਰੋਲਰ ਐਜ਼ ਏ ਕੰਮ ਕੀਤਾ, ਸਾਈਟ 'ਤੇ ਕੰਮ ਕੀਤਾ, ਕਾਫੀ ਬਜਟਸ ਦਾ, ਪ੍ਰੋਜੈਕਟ ਕੰਟਰੋਲਸ ਦਾ, ਮਾਰਕੀਟਿੰਗ ਦਾ ਕੰਮ ਕੀਤਾ ਸਾਰਾ। ਅਤੇ ਉਹ ਕਰਦੇ ਕਰਦੇ ਜੀ ਹੌਲੀ ਹੌਲੀ ਝੁਕਾਅ ਬਣ ਗਿਆ। ਜਦੋਂ ਦੁਬਾਰਾ ਵਾਪਸ ਐਡਮਿੰਟਨ ਆਏ, ਸਵੱਬ ਬਣ ਗਿਆ। ਯਾਰ ਦੋਸਤ ਸੀ, ਫੈਮਿਲੀ ਬਿਜ਼ਨਸ ਸੀਗਾ, ਘਰ ਬਣਾਉਂਦੇ ਸੀ, ਅਸੀਂ ਵੀ ਘਰ ਬਣਾਉਣ ਲੱਗ ਗਏ। ਆਪਣੀ ਕਮਿਊਨਿਟੀ ਤੁਹਾਨੂੰ ਪਤਾ, ਜਿਵੇਂ ਕਹਿੰਦੇ ਵੀ ਰਿਸਕ ਲੈਣ ਦੇ ਵਿੱਚ, ਕੰਮ ਕਰਨ ਦੇ ਵਿੱਚ ਬਹੁਤ ਤੇਜ਼ ਹੈ, ਅਤੇ ਘਰ ਬਣਾਉਣ ਲੱਗ ਗਏ ਜੀ। ਪਹਿਲਾ ਘਰ ਮੈਂ 2010 ਦੇ ਵਿੱਚ ਬਣਾਇਆ। ਠੀਕ ਹੈ ਜੀ। ਅਤੇ ਘਰ ਬਣਾਉਂਦੇ ਗਏ, ਇੱਕ ਦੋ ਹੋਰ ਜਿਵੇਂ ਕਹਿੰਦੇ ਵੀ ਨਾਲ ਦੀ ਨਾਲ ਜੁੜਦੇ ਗਏ ਸੱਜਣ ਮਿੱਤਰ, ਪਾਰਟਨਰਸ਼ਿਪਸ ਦੇ ਵਿੱਚ ਘਰ ਬਣਾਏ, ਆਪ ਘਰ ਬਣਾਏ। ਅਤੇ ਫਿਰ 2014-15 ਦੇ ਵਿੱਚ ਲੱਗਿਆ ਵੀ ਇਸ ਨੂੰ ਫੁੱਲ ਟਾਈਮ ਕਰ ਲੈਣਾ ਚਾਹੀਦਾ। ਕਿਉਂਕਿ ਪ੍ਰੋਜੈਕਟ ਕੰਟਰੋਲਰ ਸੀਗਾ, ਇੱਕ ਕੰਮ ਨੂੰ ਸ਼ੁਰੂ ਕਰਕੇ ਪ੍ਰੋਜੈਕਟ ਹੈਂਡ ਓਵਰ ਕਰਨਾ, ਚਾਹੇ ਉਹ ਕੰਸਟਰਕਸ਼ਨ ਕੰਪਨੀ ਦਾ ਸੀ, ਚਾਹੇ ਹੁਣ ਆਪਦਾ ਐਜ਼ ਏ ਛੋਟੇ ਲੈਵਲ 'ਤੇ ਘਰਾਂ ਦਾ ਸੀਗਾ। ਮੈਨੂੰ ਇਸ ਚੀਜ਼ ਨਾਲ ਬੜਾ ਜਿਵੇਂ ਕਹਿੰਦੇ ਪੈਸ਼ਨ ਹੋ ਗਿਆ। ਅਤੇ ਮੈਨੂੰ ਇੱਕ ਦੋ ਵਾਰੀ ਲੱਗਿਆ ਵੀ ਜਦੋਂ ਅਸੀਂ ਘਰ ਲਿਸਟ ਕੀਤੇ, ਵੇਚੇ ਐਜ਼ ਏ ਬਿਲਡਰ, ਜੋ ਮੈਂ ਸਰਵਿਸ, ਜੋ ਮੈਂ ਇੰਟੈਗਰਿਟੀ, ਜੋ ਮੈਂ ਭਾਲਦਾ ਸੀ ਮਿਲਣੀ ਚਾਹੀਦੀ ਹੈ, ਜੋ ਮੈਨੂੰ ਕੈਨੇਡਾ ਦੇ ਐਜੂਕੇਸ਼ਨ ਸਿਸਟਮ ਨੇ ਜਾਂ ਮੇਰੀ ਪ੍ਰੀਵੀਅਸ ਜੋਬ ਨੇ ਮੈਨੂੰ ਦਿੱਤੀ, ਮੈਨੂੰ ਲੱਗਿਆ ਉਹ ਕਿਤੇ ਨਾ ਕਿਤੇ ਲੈਕਿੰਗ ਸੀ। ਅਤੇ ਉਸ ਕਰਕੇ ਮੈਨੂੰ ਇਹ ਸੀਗਾ ਵੀ ਮੈਂ ਰੀਅਲਟਰ ਦਾ ਲਾਇਸੈਂਸ ਲਵਾਂ ਅਤੇ ਇਸ ਚੀਜ਼ ਦੇ ਵਿੱਚ ਐਕਸੈਲ ਕਰਾਂ, ਦੱਸਾਂ ਵੀ ਇਹ ਸਰਵਿਸ ਕਿਵੇਂ ਪ੍ਰੋਵਾਈਡ ਕਰਨੀ ਚਾਹੀਦੀ ਆ। ਅਤੇ ਇਸ ਕਰਕੇ ਫਿਰ ਮੈਂ ਜੀ 2015 ਦੇ ਵਿੱਚ ਰੀਅਲ ਸਟੇਟ ਦਾ ਲਾਇਸੈਂਸ ਲੈ ਲਿਆ, ਅਤੇ ਫਿਰ ਜੋਬ ਛੱਡਤੀ, ਅਤੇ ਫੁੱਲ ਟਾਈਮ ਰੀਅਲ ਸਟੇਟ ਕਰਨ ਲੱਗ ਗਏ ਜੀ। ਕਿਆ ਬਾਤ ਹੈ ਜੀ, ਬੜਾ ਵਧੀਆ ਤੁਹਾਡਾ ਇੱਕ ਸਫ਼ਰ ਸੀਗਾ। ਕਿੱਥੋਂ ਕੰਸਟਰਕਸ਼ਨ ਜੌਬ ਤੋਂ ਸ਼ੁਰੂ ਹੋਇਆ, ਅਕਾਊਂਟਿੰਗ 'ਚ ਪਹੁੰਚ ਗਏ। ਹਾਂਜੀ। ਸੋ ਕਹਿਣ ਦਾ ਮਤਲਬ ਵੀ ਜਿੰਨੀਆਂ ਵੀ ਤੁਹਾਡੀਆਂ ਸਕਿੱਲਸ ਸੀਗੀਆਂ ਜਾਂ ਤੁਹਾਡੇ ਤਜਰਬੇ ਸੀ, ਐਕਸਪੀਰੀਅੰਸ ਸੀਗੇ, ਇਹ ਰੀਅਲ ਸਟੇਟ ਦੇ ਕੰਮ ਦੇ ਵਿੱਚ ਕਿੰਨੇ ਕੁ ਸਹਾਈ ਹੋਏ ਤੁਹਾਨੂੰ? ਬਿਲਕੁਲ ਜੀ, ਇਹ ਕਹਿ ਦੇਣਾ ਸੌਖਾ ਜੀ। ਆਪਾਂ ਹੁਣ ਚਲੋ ਬਹੁਤ ਬਹੁਤ ਧੰਨਵਾਦ, ਤੁਸੀਂ ਕਿਹਾ ਵੀ ਰੀਅਲ ਸਟੇਟ ਦਾ ਕੰਮ ਕਰ ਰਹੇ ਹੋ, ਵਧੀਆ ਕਰ ਰਹੇ ਹੋ, ਪਰ ਇਹ ਚੀਜ਼ਾਂ ਜਿਹੜੀਆਂ ਪਿੱਛੋਂ ਮਿਲੀਆਂ ਹੋਈਆਂ ਨੇ ਜੀ, ਚਾਹੇ ਉਹ ਐਜੂਕੇਸ਼ਨ ਸੀ, ਚਾਹੇ ਉਹ ਆਪਾਂ ਕੰਸਟਰਕਸ਼ਨ ਕੰਪਨੀ ਦੇ ਵਿੱਚ ਐਕਸਪੀਰੀਅੰਸ ਸੀ, ਚਾਹੇ ਉਹ ਟਰੈਵਲਿੰਗ ਦੇ ਵਿੱਚ ਜਾਂ ਅਲੱਗ-ਅਲੱਗ ਕੰਜ਼ਿਊਮਰਸ ਦੇ ਨਾਲ, ਜਾਂ ਕਿਤੇ ਪ੍ਰੋਜੈਕਟ ਮੈਨੇਜਰਸ ਦੇ ਨਾਲ, ਜਾਂ ਕਿਤੇ ਕੋਈ ਵੀ ਕਿਤੇ ਤੁਸੀਂ ਪ੍ਰੋਜੈਕਟ ਡਿਲੀਵਰ ਕਰਨਾ,
ਉੱਥੋਂ ਸਿੱਖ ਕੇ ਮਿਲ ਕੇ ਕਰਕੇ ਇੱਕ ਟੀਮ ਵਰਕ ਕਰਨਾ ਤੇ ਉਸ ਚੀਜ਼ ਨੂੰ ਡਿਲੀਵਰ ਕਰਨਾ, ਉਹ ਸਾਰੀਆਂ ਚੀਜ਼ਾਂ ਕੰਮ ਆਉਂਦੀਆਂ ਨੇ। ਫਿਰ ਚਾਹੇ ਉਹ ਮਾਰਕੀਟਿੰਗ ਸੀ, ਫਿਰ ਚਾਹੇ ਉਹ ਮੈਨੇਜਮੈਂਟ ਸੀ, ਚਾਹੇ ਉਹ ਬਜਟ ਸੀਗਾ, ਚਾਹੇ ਉਹ ਫੋਰਕਾਸਟਿੰਗ ਸੀ, ਉਹ ਚੀਜ਼ਾਂ ਦੇਖ ਕੇ ਮਾਰਕੀਟ ਰਿਸਰਚ ਕਰਕੇ ਉਹ ਚੀਜ਼ਾਂ ਸਾਰੀਆਂ ਬਿਲਕੁਲ ਐਬਸੋਲੂਟਲੀ ਤੁਸੀਂ ਰਾਈਟ ਹੋ ਵੀ ਉਹ ਕੰਮ ਆਈਆਂ ਤੇ ਉਹ ਅੱਜ ਵੀ ਆ ਰਹੀਆਂ ਨੇ ਤੇ ਉਹਨਾਂ ਤੋਂ ਹੀ ਸਿੱਖ ਕੇ ਗਾਹਾਂ ਦੀ ਗਾਹਾਂ ਹੋਰ ਸਿੱਖ ਰਹੇ ਹਾਂ ਜੀ। ਬਿਲਕੁਲ ਜੀ। ਹਾਂਜੀ, ਜਦੋਂ ਵੀ ਕੋਈ ਇਨਸਾਨ ਕਿਸੇ ਖਾਸ ਖਿੱਤੇ ਦੇ ਵਿੱਚ ਮੁਹਾਰਤ ਕਰਦਾ ਤੇ ਉਹਦੇ ਪਿੱਛੇ ਇੱਕ ਕਹਾਣੀ ਹੁੰਦੀ ਹੈ ਜੀ। ਬਿਲਕੁਲ ਜੀ, ਬਿਲਕੁਲ। ਅਗਰ ਗੱਲ ਕਰੀਏ ਹੁਣ ਐਜ਼ ਏ ਰੀਅਲਟਰ, ਹਾਂਜੀ, ਤੇ ਕਿਹੜੇ ਜਿਹੜੇ ਐਡਮਿੰਟਨ ਤੋਂ ਇਲਾਵਾ ਕਿਹੜੇ ਹੋਰ ਇਲਾਕੇ ਨੇ ਜਿੱਥੇ ਤੁਸੀਂ ਜਿਹੜੀਆਂ ਰੀਅਲ ਸਟੇਟ ਦੀਆਂ ਸੇਵਾਵਾਂ ਦੇ ਰਹੇ ਜੀ? ਉੱਦਾਂ ਤਾਂ ਜੀ ਜਨਰਲ ਤੌਰ ਤੇ ਮੈਂ ਦੱਸ ਦਿੰਦਾ ਵੀ ਮੈਂ ਫੁੱਲੀ ਲਾਇਸੈਂਸ ਐਜ਼ ਅ ਅਲਬਰਟਾ ਰੀਅਲ ਸਟੇਟ ਦੇ ਵਿੱਚ ਹੈਗਾ। ਸੋ ਮੈਂ ਅਲਬਰਟਾ ਦੇ ਵਿੱਚ ਕਿਤੇ ਵੀ ਇਹ ਸਰਵਿਸਿਜ਼ ਦੇ ਸਕਦਾ। ਜੇ ਕਿਤੇ ਆਪਾਂ BC ਜਾਂ ਮੰਨ ਲਓ ਹੋਰ ਕਿਤੇ ਪ੍ਰੋਵਿੰਸ ਜਾਣਾ, ਫਿਰ ਤੁਹਾਨੂੰ ਲਾਇਸੈਂਸ ਤੁਹਾਡਾ ਐਕਟਿਵ ਨਹੀਂ ਹੈਗਾ, ਵੈਲਿਡ ਨਹੀਂ ਹੈਗਾ। ਤੇ ਪਰ ਮੇਰਾ ਫੋਕਸ ਹੈ ਜੀ ਜ਼ਿਆਦਾ ਐਡਮਿੰਟਨ ਏਰੀਆ, ਉਹਦੇ ਵਿੱਚ ਆਪਣਾ ਸ਼ੇਰਵੁੱਡ ਪਾਰਕ, ਸਪਰੂਸ ਗਰੋਵ, ਸੇਂਟ ਐਲਬਰਟ, ਲਡੂਕ, ਨਿਸਕਿਊ, ਬੋਮਾਰਟ, ਕੈਮਰੋਜ਼, ਇਹ ਸਾਰਾ ਜੋ ਵੀ ਗ੍ਰੇਟਰ ਐਡਮਿੰਟਨ ਦਾ ਏਰੀਆ ਹੈ ਉੱਥੇ ਮੈਂ ਜ਼ਿਆਦਾਤਰ ਫੋਕਸ ਕਰਦਾ, ਈਵਨ ਫੋਰਟ ਸਸਕੈਚੁਅਨ ਵਗੈਰਾ। ਸੋ ਇਹ ਸਾਰਾ ਏਰੀਆ ਮੇਰਾ ਫੋਕਸ ਹੈ ਜਿੱਥੇ ਮੈਂ ਜ਼ਿਆਦਾਤਰ ਕੰਮ ਕਰ ਰਿਹਾ ਜੀ। ਕੀ ਬਾਤ ਹੈ। ਹਾਂਜੀ। ਔਰ ਕੀ ਤੁਸੀਂ ਸਿਰਫ ਰੈਜ਼ੀਡੈਂਸ਼ੀਅਲ ਸਰਵਿਸਿਜ਼ ਪ੍ਰੋਵਾਈਡ ਕਰਦੇ ਜਾਂ ਹੋਰ ਵੀ ਜਿਹੜੇ ਰੀਅਲ ਸਟੇਟ ਦੇ ਜਿਹੜੇ ਖੇਤਰ ਨੇ ਉਹਨਾਂ ਵਿੱਚ ਵੀ ਤੁਸੀਂ ਐਕਟਿਵ ਜੀ? ਬਿਲਕੁਲ ਜੀ, ਬਹੁਤ ਵਧੀਆ ਸਵਾਲ ਹੈ ਜੀ। ਮੈਂ ਤਿੰਨੇ ਫੀਲਡਾਂ ਦੇ ਵਿੱਚ ਲਾਇਸੈਂਸ ਹਾਂ। ਰੀਅਲ ਸਟੇਟ ਦੇ ਵਿੱਚ 3 ਫੀਲਡ ਹੁੰਦੇ ਨੇ, ਰੈਜ਼ੀਡੈਂਸ਼ੀਅਲ, ਰੂਰਲ ਤੇ ਕਮਰਸ਼ੀਅਲ। ਕੀ ਬਾਤ। ਤੇ ਮੈਂ ਬਿਲਕੁਲ, ਸੋ ਜੇ ਕਿਸੇ ਨੇ ਖੇਤੀਬਾੜੀ ਕਰਨੀ ਆ, ਆਪਾਂ ਐਗਰੀਕਲਚਰ ਵੀ ਕਰ ਸਕਦੇ ਹਾਂ, ਤੇ ਜੇ ਕਿਸੇ ਨੇ ਏਕਰੇਜ ਉੱਦਾਂ ਰਹਿਣ ਵਾਸਤੇ ਘਰ ਲੈਣਾ ਜਾਂ ਬਣਾਉਣਾ ਜਾਂ ਜ਼ਮੀਨ ਲੈਣਾ ਚਾਹੁੰਦੇ ਆਪਾਂ ਉਹ ਵੀ ਕਰਦੇ ਹਾਂ। ਤੇ ਕਮਰਸ਼ੀਅਲ ਐਬਸੋਲੂਟਲੀ, ਚਾਹੇ ਉਹ ਸੇਲਸ ਹੋਵੇ, ਚਾਹੇ ਉਹ ਲੀਸਿੰਗ ਹੋਵੇ, ਚਾਹੇ ਉੱਦਾਂ ਕੋਈ ਇੰਡਸਟਰੀਅਲ ਜਾਂ ਪਰਸਨਲ ਕੋਈ ਪ੍ਰਾਪਰਟੀ ਆਪਾਂ ਖਰੀਦਣੀ ਹੈ ਕਮਰਸ਼ੀਅਲ, ਉਹ ਵੀ ਮੇਰੇ ਕੋਲ ਲਾਇਸੈਂਸ ਹੈ, ਉਹ ਵੀ ਮੈਂ ਕਰਦਾ। ਚਾਹੇ ਕੋਈ ਰੈਸਟੋਰੈਂਟ ਹੋਵੇ, ਜਾਂ ਕੋਈ ਹੋਰ ਲੀਸਿੰਗ ਹੋਵੇ, ਜਾਂ ਕੋਈ ਹੋਰ ਬਿਜ਼ਨਸ ਖਰੀਦਣਾ, ਕੋਈ ਵੀ ਜਾਣੀ ਕਮਰਸ਼ੀਅਲ ਦੇ ਨਾਲ ਰਿਲੇਟਡ, ਚਾਹੇ ਉਹ ਇਨਵੈਸਟਮੈਂਟਸ ਹੋਵੇ, ਅਪਾਰਟਮੈਂਟ ਬਿਲਡਿੰਗਸ ਹੋਣ, ਉਹ ਵੀ ਆਪਾਂ ਬਿਲਕੁਲ ਕਰਦੇ ਹਾਂ। ਤੇ ਰੈਜ਼ੀਡੈਂਸ਼ੀਅਲ ਦਾ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਹੈ, ਉਹ ਤਾਂ ਹੈ ਹੀ, ਆਪਾਂ ਕਰਦੇ ਹਾਂ ਜੀ। ਹਾਂਜੀ, ਤੁਸੀਂ ਗੱਲਬਾਤ ਕਰ ਲਈ ਜੀ ਅਪਾਰਟਮੈਂਟਸ ਤੇ ਮੇਰੇ ਦਿਮਾਗ 'ਚ ਇੱਕ ਕੁਐਸਚਨ ਆ ਗਿਆ। ਹਾਂਜੀ ਹਾਂਜੀ, ਕਿ ਖਾਸ ਕਰਕੇ ਅਗਰ ਅਸੀਂ ਐਡਮਿੰਟਨ ਸ਼ਹਿਰ ਦੀ ਗੱਲ ਕਰੀਏ, ਹਾਂਜੀ, ਤੇ ਇੱਥੇ ਕੁਝ ਦੋਸਤਾਂ ਨਾਲ ਮੇਰੇ ਪਰਸਨਲ ਐਕਸਪੀਰੀਅੰਸ ਨੇ, ਉਹਨਾਂ ਦੀ ਇੱਕ ਸ਼ਿਕਾਇਤ ਹੈ ਰੀਅਲ ਸਟੇਟ ਇੰਡਸਟਰੀ ਨਾਲ, ਕਿ ਅਪਾਰਟਮੈਂਟਸ ਲੈ ਤਾਂ ਲਈਦੀਆਂ ਵਾ, ਸਸਤੀਆਂ ਵੀ ਲੱਗਦੀਆਂ ਭਾਈ, ਵੀ ਜਦੋਂ 1200,000 ਦੇ ਕਰੀਬ ਰੈਂਟ ਹੁੰਦਾ ਵਾ, ਉਨੀ ਕੁ ਮੌਰਗੇਜ ਦੇ ਵਿੱਚ ਪੇਮੈਂਟ ਬਣਦੀ ਜਾਂਦੀ ਹੈ। ਹਾਂਜੀ ਹਾਂਜੀ, ਪਰ ਜਦੋਂ 8-10 ਸਾਲ ਬਾਅਦ ਬੱਚੇ ਵੱਡੇ ਹੋ ਜਾਂਦੇ ਆ, ਘਰ ਵੱਡਾ ਲੈਣ ਦਾ ਇੱਕ ਸੁਪਨਾ ਸਾਕਾਰ ਹੋਣ ਦੀ ਕੋਸ਼ਿਸ਼ ਕਰਦੇ ਨੇ ਉਹ, ਹਾਂਜੀ, ਤੇ ਉਹ ਰੀਸੇਲ ਦੀ ਬੜੀ ਸਮੱਸਿਆ ਹੋ ਜਾਂਦੀ ਹੈ। ਬਿਲਕੁਲ ਜੀ, ਬਿਲਕੁਲ। ਮੈਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਹੈ, ਹੋਰ ਭਰਾਵਾਂ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਹੈ, ਦੋਸਤਾਂ ਨਾਲ, ਇਨਵੈਸਟਰਸ ਨਾਲ ਵੀ। ਜਿਹੜੀਆਂ ਕਾਂਡੋਸ ਨੇ ਜਾਂ ਅਪਾਰਟਮੈਂਟਸ ਨੇ ਨਾ, ਉਹ ਐਡਮਿੰਟਨ ਜਾਂ ਕੈਲਗਰੀ ਜਾਂ ਛੋਟੇ ਸ਼ਹਿਰਾਂ ਵਾਸਤੇ ਨਹੀਂ ਬਣੀਆਂ ਹੈਗੀਆਂ। ਉਹ ਜ਼ਿਆਦਾਤਰ ਬਣੀਆਂ ਨੇ, ਚਾਹੇ ਆਪਾਂ ਵੱਡੇ ਸ਼ਹਿਰ ਕਿਤੇ ਵੀ ਲਾ ਲਓ, ਕਿਤੇ ਵੀ ਦੁਨੀਆ ਦੇ ਵਿੱਚ, ਚਾਹੇ ਉਹ ਦਿੱਲੀ ਹੋਵੇ, ਬੰਬੇ ਹੋਵੇ, ਨਿਊਯਾਰਕ, LA, ਟੋਰਾਂਟੋ, ਵੈਨਕੂਵਰ, ਉਹਨਾਂ ਜਗ੍ਹਾ ਵਾਸਤੇ। ਕਿਉਂ? ਪਾਪੂਲੇਸ਼ਨ ਜ਼ਿਆਦਾ, ਬਿਲਕੁਲ, ਲੈਂਡ ਘੱਟ ਆ। ਤੇ ਐਡਮਿੰਟਨ, ਅਲਬਰਟਾ ਜਾਂ ਜਨਰਲੀ ਕੈਨੇਡਾ ਦੇ ਵਿੱਚ ਲੈਂਡ ਦੀ ਤਾਂ ਕੋਈ ਪ੍ਰੋਬਲਮ ਨਹੀਂ ਹੈ। ਸੋ ਉਹ ਕੀ ਹੋ ਜਾਂਦਾ ਵੀ ਹੁਣ ਉਹ ਜਿਹੜੀਆਂ ਅਪਾਰਟਮੈਂਟਸ ਨੇ, ਉਹ ਬੰਦਾ ਲੈ ਜ਼ਰੂਰ ਲੈਂਦਾ, ਕਿਉਂਕਿ ਜਾਂ ਤਾਂ ਉਹਨਾਂ ਨੇ ਸਲਾਹ ਨਹੀਂ ਲਈ, ਜਾਂ ਉਹਨਾਂ ਨੂੰ ਐ ਸੀ ਵੀ ਚਲੋ ਹਾਲ ਦੀ ਘੜੀ ਇਹ ਲੈ ਲੈਂਦੇ ਆ। ਉਹ ਰਾਈਟ ਪੈਥ ਜਾਂ ਰਾਈਟ ਸੋਚ ਦੇ ਨਾਲ ਨਹੀਂ ਲਈਆਂ ਗਈਆਂ। ਤੇ ਇੱਕ ਡਿਪੈਂਡ ਕਰਦਾ ਵੀ ਬੂਮ ਬਸਟ ਆ ਜਾਂਦਾ ਜਦੋਂ ਰਿਸੈਸ਼ਨ ਆ ਗਈ, ਉਹ ਕਦੋਂ ਲਈਆਂ ਗਈਆਂ ਨੇ। ਤਾਂ ਕਰਕੇ ਥੋੜਾ ਜਿਹਾ ਅਲਬਰਟਾ ਦਾ ਰੀਅਲ ਸਟੇਟ ਹਮੇਸ਼ਾ ਇਦਾਂ ਹੀ ਰਿਹਾ ਕਿ ਵੀ ਕਾਂਡੋਜ਼ ਨੇ ਜਾਂ ਖਾਸ ਕਰਕੇ ਅਪਾਰਟਮੈਂਟਸ ਇਨਵੈਸਟਮੈਂਟ ਵਾਸਤੇ ਐਜ਼ ਅ ਰੈਂਟਲ ਪ੍ਰੋਪਰਟੀ, ਐਜ਼ ਅ ਫੁੱਲ ਬਿਲਡਿੰਗ ਠੀਕ ਆ, ਪਰ ਰਹਿਣ ਲਈ ਤੇ ਤੁਸੀਂ ਉਹਨੂੰ ਕਹੋ ਵੀ ਕਰਨਾ, ਤੇ ਥੋੜਾ ਜਿਹਾ ਇਟਸ ਨਾਟ ਦ ਰਾਈਟ ਰੀਅਲ ਸਟੇਟ ਡਿਸੀਜਨ। ਹਾਂਜੀ, ਤੁਸੀਂ ਹੁਣ ਇਹ ਗੱਲ ਕਰ ਰਹੇ ਸੀ ਬੂਮ ਐਂਡ ਬਸਟ ਦੀ। ਹਾਂਜੀ, ਤੇ ਮਾਰਚ ਮਹੀਨੇ ਤੋਂ ਅਗਰ ਗੱਲ ਕਰੀਏ ਆਪਾਂ, ਕੋਵਿਡ-19 ਨੇ ਤਕਰੀਬਨ ਸਾਰੇ ਬਿਜ਼ਨੈਸਸ ਨੂੰ ਪ੍ਰਭਾਵਿਤ ਕੀਤਾ। ਬਿਲਕੁਲ ਜੀ। ਆਈ ਥਿੰਕ ਰੀਅਲ ਏਸਟੇਟ ਵੀ ਅਛੂਤਾ ਨਹੀਂ ਰਿਹਾ ਇਸ ਤੋਂ। ਨਹੀਂ ਜੀ, ਨਹੀਂ। ਔਰ ਉਸ ਸਮੇਂ ਤੋਂ ਲੈ ਕੇ ਹੁਣ, ਹਾਂਜੀ, ਲਗਭਗ ਨਵੰਬਰ ਦਾ ਮਹੀਨਾ ਆ ਗਿਆ। ਹਾਂਜੀ, ਕਦੇ ਕਹਿੰਦੇ ਸੀ ਜੀ ਬਾਇਰ ਦੀ ਮਾਰਕੀਟ ਆ, ਕਦੇ ਕਹਿੰਦੇ ਸੀ ਸੈਲਰ ਦੀ ਮਾਰਕੀਟ ਆ। ਸੋ ਇਹ ਸਾਡੇ ਦਰਸ਼ਕਾਂ ਨੂੰ ਦੱਸੋ ਜੀ, ਅੱਜ ਜਿਹੜੀ ਮਾਰਕੀਟ ਹੈ ਕਿਹਦੀ ਹੈ? ਮਾਰਕੀਟ ਦਾ ਜੀ ਮੈਂ ਤੁਹਾਨੂੰ ਦੱਸ ਦਿੰਦਾ ਥੋੜਾ ਜਿਹਾ। ਚਲੋ ਅੱਜ ਦੀ ਮਾਰਕੀਟ ਦਾ ਮੈਂ ਤੁਹਾਨੂੰ ਪਹਿਲਾਂ ਸ਼ੋਰਟ ਐਂਡ ਸਵੀਟ ਆਨਸਰ ਦੇਣਾ। ਅੱਜ ਦੀ ਮਾਰਕੀਟ ਤਾਂ ਬਿਲਕੁਲ ਜੀ ਸੈਲਰ ਦੀ ਹੈ। ਠੀਕ ਹੈ ਜੀ। ਕਿਉਂਕਿ ਘਰ ਵਿਕ ਰਹੇ ਨੇ ਤੇ ਸਹੀ ਪ੍ਰਾਈਸ ਤੇ ਵਿਕ ਰਹੇ ਨੇ। ਤੇ ਉਹਦਾ ਫੈਕਟਰ ਜਿਹੜਾ ਕੋਵਿਡ ਕਰਕੇ ਹੋਇਆ ਸੀ ਮਾਰਚ ਅਪ੍ਰੈਲ ਦੇ ਵਿੱਚ, ਤਾਂ ਸਾਨੂੰ ਖੁਦ ਨਹੀਂ ਸੀ ਪਤਾ ਵੀ ਸਾਡੇ ਨਾਲ ਕੀ ਹੋਣਾ, ਵੀ ਸ਼ਾਇਦ ਅਸੀਂ ਵੀ ਕੋਈ ਜੌਬ ਹੋਰ ਲੱਭੀਏ, ਕਿਉਂਕਿ ਕੰਮ ਬਿਲਕੁਲ ਠੱਪ ਹੀ ਹੋ ਜਾਣੇ ਨੇ। ਜੇ ਕੰਮ ਨਹੀਂ ਚੱਲਣੇ ਤਾਂ ਰੀਅਲ ਸਟੇਟ ਕਿੱਦਾਂ ਚੱਲੇਗੀ? ਬਿਲਕੁਲ। ਉਹਦੇ 'ਚ ਥੋੜ੍ਹਾ ਜਿਹਾ ਫੋਰਚੂਨੇਟ ਇਵੈਂਟ ਇਹ ਰਿਹਾ ਵੀ ਜਿਹੜੀ ਆਪਣੀ ਇਕਨੋਮਿਕ ਸੀਗੀ, ਉਹਦੇ 'ਚ ਇੰਟਰਸਟ ਰੇਟ ਗਵਰਨਮੈਂਟ ਨੇ ਕੰਟਰੋਲ ਕੀਤੇ, ਜਾਂ ਬੈਂਕਸ ਵੱਲੋਂ, ਇਨਵੈਸਟਰਸ ਵੱਲੋਂ, ਉਹ ਇੰਟਰਸਟ ਰੇਟ ਬਹੁਤ ਲੋਅ ਕਰਤੇ ਗਏ। ਦੂਜੀ ਗੱਲ ਆ ਵੀ ਆਪਾਂ ਜਿੰਨਾ ਕੁ ਪ੍ਰਭਾਵ ਆਪਣਾ ਹੋਰ ਕੰਟਰੀਆਂ ਤੇ ਜ਼ਿਆਦਾ ਪਿਆ, ਸ਼ਾਇਦ ਕੈਨੇਡਾ ਤੇ ਇੰਨਾ ਜ਼ਿਆਦਾ ਨਹੀਂ ਪਿਆ। ਉਹਦੇ 'ਚ ਦੋ ਚੀਜ਼ਾਂ ਨੇ, ਨਾ ਤਾਂ ਕੈਨੇਡਾ ਇੰਨਾ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਵੀ ਲੇਬਰ ਇੰਟੈਂਸਿਵ ਆ, ਵੀ ਜਿੱਥੇ ਫੈਕਟਰੀਆਂ ਬੰਦ ਹੋ ਗਈਆਂ, ਥੋੜਾ ਜਿਹਾ ਮੰਨ ਲਓ ਆਪਾਂ ਕਹਿ ਦਈਏ ਵੀ ਫਾਈਨੈਂਸ਼ਲੀ ਜਾਂ ਬਿਜ਼ਨਸ ਕਿਤੇ ਨਾਲ ਇਨਵੋਲਵਡ ਹੈ, ਐਡਵਾਂਸ ਨੇ, ਤਾਂ ਕਰਕੇ ਵੀ ਉਹ ਇੰਨਾ ਜ਼ਿਆਦਾ ਪ੍ਰਭਾਵ ਨਹੀਂ ਪਿਆ।
ਮਾਰਚ ਅਪ੍ਰੈਲ ਤੋਂ ਬਾਅਦ ਜਿੱਦਾਂ ਹੀ ਕੰਮ ਖੁੱਲਿਆ ਤੇ ਰੀਅਲ estate ਹੈਜ਼ ਬੀਨ ਬਿਜ਼ੀ ਤੇ ਤੁਸੀਂ ਤੁਹਾਨੂੰ ਵੀ ਪਤਾ ਹੈ ਇਨ ਲਾਸਟ 30 ਇਅਰਸ ਇੰਟਰਸਟ ਰੇਟ ਹੈਜ਼ ਬੀਨ ਦ ਲੋਐਸਟ ਤੇ ਲਾਸਟ 5-6 ਸਾਲਾਂ ਦੇ ਵਿੱਚ ਐਡਮਿੰਟਨ ਦੇ ਵਿੱਚ ਸੇਲਸ ਸਤੰਬਰ ਦੇ ਵਿੱਚ ਵਾਸ ਹਾਈਲੀ ਰਿਕਾਰਡਡ ਇਨ ਲਾਸਟ 7-8 ਇਅਰਸ। ਕੀ ਬਾਤ। ਹਾਂਜੀ, ਸੋ ਇਟ ਜਿਵੇਂ ਕਹਿੰਦੇ ਫਲਕਚੁਏਟ ਹੁੰਦਾ ਰਿਹਾ ਅਪ ਐਂਡ ਡਾਊਨ, ਪਰ ਇੰਟਰਸਟ ਰੇਟ ਕਰਕੇ ਤੇ ਕੁਝ ਗਵਰਨਮੈਂਟ ਦੀਆਂ ਪਾਲਿਸੀਆਂ ਕਰਕੇ, ਬੈਂਕ ਦੀਆਂ ਪਾਲਿਸੀਆਂ ਕਰਕੇ ਰੀਅਲ estate ਬਿਜ਼ੀ ਰਿਹਾ ਜੀ। ਵੈਰੀ ਗੁੱਡ। ਹਾਂਜੀ, ਤੇ ਇੱਕ ਹੋਰ ਮੇਰੇ ਨਾਲ ਕੁਐਸਚਨ ਮੇਰੇ ਜ਼ਿਹਨ 'ਚ ਆ ਰਿਹਾ ਜੀ। ਹਾਂਜੀ, ਕਿ ਫੋਰ ਐਗਜ਼ਾਮਪਲ ਮੈਂ ਕਰ ਲੈਣਾ ਚਾਹੁੰਦਾ, ਹਾਂਜੀ, ਕੀ ਨੁਕਤੇ ਨੇ, ਕਿਹੜੇ ਪੁਆਇੰਟਸ ਨੇ, ਕੀ ਗੱਲਾਂ ਨੇ ਜਿਹੜੀਆਂ ਮੈਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ ਤਾਂ ਕਿ ਅਗਰ ਮੈਂ ਘਰ ਲੈਣ ਜਾ ਰਿਹਾ ਮੈਂ ਤਾਂ ਮੈਨੂੰ ਕੋਈ ਧੋਖੇ ਦਾ ਸਾਹਮਣਾ ਨਾ ਕਰਨਾ ਪਵੇ, ਹਾਂਜੀ, ਔਰ ਜਿਹੜੀ ਟ੍ਰਾਂਜੈਕਸ਼ਨ ਬੜੀ ਸਮੂਥ ਹੋ ਜੇ। ਮੈਂ ਜੀ ਸਭ ਤੋਂ ਆਮ ਹੀ, ਮੈਂ ਤੁਸੀਂ ਜੇ ਕਿਤੇ ਮੈਨੂੰ ਮਿਲੋ ਐਜ਼ ਅ ਕਲਾਇੰਟ ਜਾਂ ਐਜ਼ ਅ ਫਰੈਂਡ, ਮੈਂ ਕਹਿੰਦਾ ਜੀ ਸਭ ਤੋਂ ਵੱਡੀ ਮੇਰੀ ਚੀਜ਼ ਜਿਹੜੀ ਮੈਂ ਦੱਸਦਾ ਜਾਂ ਰੀਅਲਾਈਜ਼ ਕਰਾਉਣੀ ਚਾਹੁੰਦਾ ਜਾਂ ਮੈਂ ਫੋਰਫਰੰਟ 'ਤੇ ਲਿਆਉਣਾ ਕਲਾਇੰਟਸ ਦੇ ਨਾਲ, ਫਰੈਂਡਸ ਨਾਲ, ਫੈਮਿਲੀ ਦੇ ਵਿੱਚ, ਵੀ ਜਿਹੜਾ ਘਰ ਤੁਸੀਂ ਅੱਜ ਲੈ ਰਹੇ ਹੋ ਤੁਸੀਂ ਇਹ ਸੋਚੋ ਵੀ ਇਹ ਤੁਸੀਂ 5-7-10 ਸਾਲ ਨੂੰ ਇਹ ਘਰ ਵੇਚਣਾ। ਬਿਲਕੁਲ। ਡੋਂਟ ਬਾਏ ਇਟ ਵੀ ਤੁਸੀਂ ਅੱਜ ਇਹ ਲੈ ਲਿਆ ਤੇ ਸਾਰੀ ਉਮਰ ਆਪਣਾ ਪਿੰਡਾਂ ਵਾਲਾ ਵੀ ਅਸੀਂ ਘਰ ਬਣਾ ਲਿਆ ਜੀ, ਬੈਠੇ ਆ ਉੱਥੇ, ਉਹਦੀ ਕੋਈ ਪੇਮੈਂਟ ਨਹੀਂ, ਕੋਈ ਟੈਕਸ ਨਹੀਂ, ਪਿੰਡ ਦੇ ਬੈਠੇ ਆ ਆਰਾਮ ਨਾਲ ਛੱਤ ਲਿਆ, ਉਹ ਨਹੀਂ ਹੈਗਾ। ਸੋ ਜਦੋਂ ਤੁਸੀਂ ਉਹ ਕਰ ਲੈਣਾ, ਸਭ ਤੋਂ ਵੱਡੀ ਜ਼ਰੂਰਤ ਇਹ ਆ ਵੀ ਆਪਾਂ ਦੇਖਣਾ ਵੀ ਇਹ ਆਪਾਂ 5-7 ਸਾਲਾਂ ਨੂੰ ਵੇਚਣਾ, ਇਹਦੀ ਰੀਸੇਲ ਵੈਲਿਊ ਕੀ ਹੋਊਗੀ। ਸੋ ਅਪਾਰਟਮੈਂਟਸ ਦੇ ਵਿੱਚ ਜਦੋਂ ਆਪਾਂ ਉਹ ਚੀਜ਼ ਲਈ, ਉਹ ਤੁਹਾਨੂੰ ਕਿਸੇ ਨੇ ਨਹੀਂ ਦੱਸੀ ਜਾਂ ਉਹ ਤੁਹਾਨੂੰ ਕਿਸੇ ਨੇ ਫੋਰਫਰੰਟ ਤੇ ਤੁਹਾਡੇ ਦਿਮਾਗ ਦੇ ਵਿੱਚ, ਜ਼ਹਿਨ ਦੇ ਵਿੱਚ ਉਹ ਚੀਜ਼ ਨਹੀਂ ਪਾਈ, ਜੇ ਉਹ ਪਾਈ ਹੁੰਦੀ ਤਾਂ ਉਹ ਤੁਹਾਨੂੰ ਸਮਝਾਇਆ ਹੁੰਦਾ ਵੀ ਇਹਨੂੰ ਲੈ ਲਓ ਐਜ਼ ਅ ਰੈਂਟਲ ਇਨਵੈਸਟਮੈਂਟ, ਤੁਹਾਨੂੰ ਇਹ ਵਿਕਣੀ ਨਹੀਂ, ਜਾਂ ਇਹਦੀ ਰੀਸੇਲ ਵੈਲਿਊ ਇੰਨੀ ਕੁ ਹੋਣੀ ਆ, ਜਾਂ ਇਹਦੀ ਕੰਡੋ ਫੀਸ ਵੱਧ ਜਾਣੀ ਆ। ਜੇ ਉਹ ਚੀਜ਼ ਦੱਸੀ ਹੋਵੇ ਤਾਂ ਉਹ ਲੌਂਗ ਰਨ ਦੇ ਵਿੱਚ ਫਾਇਦਾ ਹੋ ਜਾਂਦਾ। ਬਿਲਕੁਲ। ਟ੍ਰਾਂਜੈਕਸ਼ਨ ਕਲੀਅਰ ਹੋ ਜਾਵੇ, ਸਮੂਥ ਹੋ ਜਾਵੇ, ਉਹਦਾ ਤਾਂ ਇਹੀ ਆ ਵੀ ਆਪਾਂ ਜਿਹੜੀ ਚੀਜ਼ ਜੋ ਵੀ ਕਰਨੀ ਆ ਆਪਾਂ ਕੰਟਰੈਕਟ ਤੇ ਕਰਨੀ ਆ, ਉਹਨੂੰ ਲਿਖਣਾ, ਉਹਨੂੰ ਬਕਾਇਦਾ ਤੁਹਾਨੂੰ ਸਮਝਾਉਣਾ, ਜੋ ਵੀ ਪਾਰਟੀ ਨਾਲ ਆਪਾਂ ਸੈਕੰਡ ਡੀਲ ਕਰ ਰਹੇ ਹਾਂ, ਚਾਹੇ ਉਹ ਸੈਲਰ ਆ ਚਾਹੇ ਬਾਇਰ ਆ, ਉਹਨਾਂ ਨੂੰ ਦੱਸਣਾ ਕੰਟਰੈਕਟ ਦੀ ਲੈਂਗੁਏਜ ਵੀ, ਇਹਦੇ ਚ ਕੀ ਟਰਮਸ ਨੇ, ਕੀ ਕੰਡੀਸ਼ਨਸ ਨੇ, ਇਹਨੂੰ ਫੁੱਲ ਕਿਵੇਂ ਕਰਨਾ, ਤੇ ਇਹਦੀਆਂ ਕੀ ਮੰਨ ਲਓ ਆਪਾਂ ਕਹਿ ਸਕਦੇ ਹਾਂ ਲੀਗਲ ਕੰਪਲੀਕੇਸ਼ਨਸ ਹੋ ਸਕਦੀਆਂ ਜੇ ਆਪਾਂ ਨਹੀਂ ਕਰਦੇ। ਸੋ ਉਹ ਚੀਜ਼ਾਂ ਦੱਸ ਕੇ ਆਪਾਂ ਉਹਨਾਂ ਨੂੰ, ਜਿਵੇਂ ਕਹਿੰਦੇ ਕਲਾਇੰਟਸ ਨੂੰ ਜਾਂ ਸੈਲਰਸ ਨੂੰ, ਬਾਇਰਸ ਨੂੰ ਸਮਝਾਈਦਾ ਵੀ ਇਹ ਚੀਜ਼ਾਂ ਜ਼ਰੂਰੀ ਨੇ ਤਾਂ ਕਿ ਆਪਣਾ ਟ੍ਰਾਂਜੈਕਸ਼ਨ ਕੰਪਲੀਟ, ਸਕਸੈਸਫੁਲ, ਸਮੂਥ ਹੋ ਸਕੇ। ਠੀਕ ਹੈ ਜੀ। ਹਾਂਜੀ ਨਾਮਕਰਾਰ ਜੀ, ਹੋਰ ਵੀ ਗੱਲਾਂ ਬਹੁਤ ਕਰਨੀਆਂ ਆਪਾਂ ਰੀਅਲ estate ਦੇ ਨਾਲ। ਠੀਕ ਹੈ ਜੀ। ਇੱਥੇ ਇੱਕ ਬ੍ਰੇਕ ਲੈਣੀ ਆ, ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਣਾ ਜਿਹੜਾ ਸੰਪਰਕ ਨੰਬਰ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ। ਹਾਂਜੀ ਜ਼ਰੂਰ ਜੀ, ਮੈਨੂੰ ਤੁਸੀਂ ਕਿਸੇ ਟਾਈਮ ਟੈਕਸ ਕਾਲ ਕਰ ਸਕਦੇ ਹੋ 7802671300 780 267 1300। ਸੋ ਤੁਸੀਂ ਦੇਖਦੇ ਰਹਿਣਾ ਜੀ ਪ੍ਰੋਗਰਾਮ ਐਡਮਿੰਟਨ ਡਾਇਰੀ, ਔਰ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਜਾਰੀ ਰੱਖਦੇ ਹਾਂ ਜੀ। ਪ੍ਰੋਗਰਾਮ ਐਡਮਿੰਟਨ ਡਾਇਰੀ ਵਿੱਚ ਬ੍ਰੇਕ ਤੋਂ ਬਾਅਦ ਆਪ ਸਭਨਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਔਰ ਸਾਡੀ ਜਿਹੜੀ ਗੱਲਬਾਤ ਚੱਲ ਰਹੀ ਸੀ ਉਹ ਚੱਲ ਰਹੀ ਸੀ ਜੀ ਨੈਮ ਕਲਾਰ ਜੀ ਦੇ ਨਾਲ, ਜਿਹੜੇ ਕਿ ਐਡਮਿੰਟਨ ਸ਼ਹਿਰ ਦੇ ਬੜੇ ਵਧੀਆ ਇੱਕ ਰੀਅਲਟਰ ਨੇ, ਔਰ ਜਾਣਕਾਰੀ ਜਿਹੜੀ ਸਾਡੀ ਬੜੀ ਵਧੀਆ ਚੱਲ ਰਹੀ ਹੈ ਜੀ। ਮੈਂ ਆਸ ਕਰਦਾ ਕਿ ਜਿਹੜੇ ਸਾਡੇ ਦਰਸ਼ਕ ਨੇ ਜਦੋਂ ਇਹ ਘਰ ਲੈਣ ਬਾਰੇ ਸੋਚਣਗੇ ਜਾਂ ਅਪਗ੍ਰੇਡ ਕਰਨ ਬਾਰੇ ਸੋਚਣਗੇ ਤੇ ਇਹ ਜਾਣਕਾਰੀ ਕਾਫੀ ਲਾਹੇਵੰਦ ਹੋਵੇਗੀ ਉਹਨਾਂ ਦੀ। ਬਿਲਕੁਲ ਜੀ। ਤਾਂ ਅਸੀਂ ਗੱਲ ਕਰਦੇ ਹਾਂ ਜੀ ਖਾਸ ਕਰਕੇ ਹੁਣ ਨਿਊ ਕਾਮਰਸ ਬਾਰੇ। ਹਾਂਜੀ। ਬੜੇ ਸਾਡੇ ਦੋਸਤ ਮਿੱਤਰ ਜਿਹੜੇ ਨੇ ਉਹ ਇੰਡੀਆ ਤੋਂ ਐਜ਼ ਏ PR ਆਉਂਦੇ ਨੇ ਜਾਂ ਵਰਕ ਪਰਮਿਟ ਤੇ ਆਉਂਦੇ ਨੇ। ਬਿਲਕੁਲ ਜੀ। ਔਰ ਖਾਸ ਕਰਕੇ ਇੰਡੀਅਨ ਕਮਿਊਨਿਟੀ ਵਿੱਚ ਸਭ ਤੋਂ ਲਾਈਫ ਦੀ ਪ੍ਰਾਇੋਰਟੀ ਹੁੰਦੀ ਜੀ ਘਰ। ਬਿਲਕੁਲ ਜੀ, ਬਿਲਕੁਲ। ਤੇ ਜਿਹੜੇ ਨਿਊ ਕਾਮਰਸ ਨੇ ਜਾਂ ਫਸਟ ਟਾਈਮ ਹੋਮ ਬਾਇਰ ਨੇ, ਹਾਂਜੀ, ਉਹਨਾਂ ਵਾਸਤੇ ਕੋਈ ਗਵਰਨਮੈਂਟ ਦੀ ਕੋਈ ਖਾਸ ਸਕੀਮ ਹੋਵੇ ਜਿਹਦੇ ਨਾਲ ਉਹ ਈਜ਼ੀਲੀ ਘਰ ਬਾਏ ਕਰ ਪਾਉਣ ਜੀ? ਬਿਲਕੁਲ ਜੀ। ਉਹਦੇ ਵਿੱਚ 2-3 ਪ੍ਰੋਗਰਾਮਸ ਹੈਗੇ ਨੇ, ਚਾਹੇ ਉਹ ਬੈਂਕ ਦੇ ਹੋਣ, ਚਾਹੇ ਉਹ ਗਵਰਨਮੈਂਟ ਦੇ ਹੋਣ, ਚਾਹੇ ਐਜ਼ ਏ ਬਿਲਡਰਸ ਦੇ ਵੀ ਹੋਣ। ਸੋ ਉਹਨਾਂ ਨੂੰ ਐਜ਼ ਏ ਨਿਊ ਕਮਰ ਆਪਾਂ ਕਾਊਂਟ ਕਰਦੇ ਹਾਂ, ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਂਦੀ ਆ। ਉਹ ਬਹੁਤ ਜ਼ਰੂਰੀ ਆ ਕਿ ਵੀ ਨਿਊ ਕਮਰ ਖਾਸ ਕਰਕੇ ਮੈਂ ਕਹਿੰਦਾ, ਕਿਉਂਕਿ ਉਹਨੂੰ ਐਕਸਪੀਰੀਅੰਸ ਨਹੀਂ ਹੁੰਦਾ ਲਾਈਫ ਦਾ ਵੀ ਤੇ ਹਜੇ ਘਰ ਲੈਣ ਦਾ ਵੀ, ਨਵੀਂ ਕੰਟਰੀ 'ਚ ਆਏ ਆ, ਨੋ ਪ੍ਰੋਬਲਮ ਵੀ ਤੁਸੀਂ ਬਿਲਕੁਲ ਕਰ ਸਕਦੇ ਹੋ, ਪੜ੍ਹੇ ਲਿਖੇ ਹੋ, ਆਪਾਂ ਸਾਰੇ ਪੜ੍ਹੇ ਲਿਖੇ ਇੱਥੇ ਤਾਂ ਹੀ ਆਏ ਆ, ਸਟੂਡੈਂਟ ਆ, ਚਾਹੇ ਇੱਥੇ ਕੰਮ ਕਰਦੇ ਆ, ਪਰ ਫਿਰ ਵੀ ਆਪਾਂ ਨੂੰ ਥੋੜ੍ਹੀ ਜਿਹੀ ਜੇ ਕਿਤੇ ਆਪਾਂ ਐਕਸਪਰਟ ਦੀ ਐਡਵਾਈਸ ਲੈ ਲੈਂਦੇ ਆ, ਉਹਦੇ ਨਾਲ ਆਪਣਾ ਫਾਇਦਾ ਹੋ ਜਾਏਗਾ, ਨੁਕਸਾਨ ਕੋਈ ਨਹੀਂ। ਸੋ ਉਹਦੇ ਵਿੱਚ 2-3 ਪ੍ਰੋਗਰਾਮ ਨੇ। ਇੱਕ ਤਾਂ ਗਵਰਨਮੈਂਟ ਦੇ ਪ੍ਰੋਗਰਾਮ ਹੈਗੇ ਨੇ ਵੀ ਤੁਹਾਡੀ ਉਹ ਹੈਲਪ ਕਰਦੇ ਨੇ ਡਾਊਨ ਪੇਮੈਂਟ ਦੇ ਵਿੱਚ, ਜੇ ਤੁਸੀਂ ਨਵਾਂ ਘਰ ਲੈਂਦੇ ਹੋ ਐਜ਼ ਏ ਨਿਊ ਕਮਰ। ਇੱਕ ਤੁਹਾਨੂੰ GST ਰੀਬੇਟ ਵਗੈਰਾ ਮਿਲਦਾ ਹੈਗਾ, ਚਾਹੇ ਉਹ ਤੁਸੀਂ ਨਵਾਂ ਘਰ ਲੈਂਦੇ ਹੋ ਬਿਲਡਰਸ ਦੇ ਥਰੂ ਜਾਂ ਸ਼ੋ ਹੋਮਸ ਦੇ ਥਰੂ। ਤੇ ਇੱਕ ਜਿਵੇਂ ਕਹਿੰਦੇ ਵੀ ਬੈਂਕ ਦੇ ਵੀ ਜਿਹੜੇ ਇੰਸ਼ੋਰੈਂਸ ਪ੍ਰੋਗਰਾਮ ਨੇ ਤੇ ਜਿਹੜੇ ਬੈਂਕ ਦੇ ਮੋਰਗੇਜ ਦੇ ਪ੍ਰੋਗਰਾਮ ਨੇ ਉਹ ਵੀ ਹੈਗੇ ਨੇ ਨਿਊ ਕਮਰਸ ਦੇ, ਜੋ ਉਹਨਾਂ ਦੇ ਵਿੱਚ ਹੈਲਪ ਕਰਦੇ ਨੇ ਤਾਂ ਕਿ ਉਹਨਾਂ ਦੀ ਮੋਰਗੇਜ ਅਪਰੂਵ ਹੋ ਸਕੇ, ਤਾਂ ਕਿ ਉਹ ਘਰ ਲੈ ਸਕਣ। ਤੇ ਉਹ ਜ਼ਰੂਰੀ ਹੈ ਕਿ ਵੀ ਉਹਨਾਂ ਨੂੰ ਤੁਸੀਂ ਪਤਾ ਕਰੋ, ਮਿਲੋ ਕਿਸੇ ਐਕਸਪਰਟ ਨੂੰ, ਚਾਹੇ ਕਿਸੇ ਮੋਰਗੇਜ ਬ੍ਰੋਕਰ ਨੂੰ, ਚਾਹੇ ਕਿਸੇ ਰੀਅਲਟਰ ਨੂੰ, ਤੇ ਤਾਂ ਕਿ ਤੁਹਾਨੂੰ ਉਹ ਚੀਜ਼ਾਂ ਬਾਰੇ ਪਤਾ ਲੱਗ ਸਕੇ ਤੇ ਤੁਸੀਂ ਉਹਦਾ ਫਾਇਦਾ ਉਠਾ ਸਕੋ ਤੇ ਘਰ ਲੈ ਸਕੋ। ਨੈਮ ਜੀ, ਜਿਹੜਾ ਮੇਰਾ ਅਗਲਾ ਸਵਾਲ ਆ, ਹਾਂਜੀ, ਉਹ ਖਾਸ ਕਰਕੇ ਹੈਗਾ ਵਾ ਕਿਉਂਕਿ ਕਾਫੀ ਮੈਂ ਕੁਝ ਦੋਸਤ ਮਿੱਤਰ ਦੇਖੇ ਨੇ, ਹਾਂਜੀ, ਉਹ ਕੀ ਕਰਦੇ ਨੇ ਕਿ ਕਹਿੰਦੇ ਭਾਈ ਅਸੀਂ ਰੀਅਲਟਰ ਨੂੰ ਨਹੀਂ ਪਾਉਣਾ ਵਿੱਚ, ਹਾਂਜੀ, ਮੈਂ ਤਾਂ ਡਾਇਰੈਕਟ ਡੀਲ ਕਰ ਲੈਣੀ ਆ ਜਿਹੜਾ ਸੈਲਰ ਹੈਗਾ ਉਹਦੇ ਨਾਲ, ਹਾਂਜੀ, ਔਰ ਕਰ ਵੀ ਲੈਂਦੇ ਨੇ। ਬਿਲਕੁਲ ਜੀ। ਪਰ ਕਈ ਵਾਰੀ ਉਹਨਾਂ ਨੂੰ ਦਿੱਕਤਾਂ ਵੀ ਆਉਂਦੀਆਂ ਨੇ। ਬਿਲਕੁਲ ਜੀ। ਮੈਂ ਇਹ ਜਾਣਨਾ ਚਾਹੂੰਗਾ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਇਹ ਸਾਂਝ ਪਾਓ, ਹਾਂਜੀ, ਕਿ ਰੀਅਲਟਰ ਨੂੰ ਇਨਵੋਲਵ ਕਰਨ ਦੇ ਜਾਂ ਨਾ ਇਨਵੋਲਵ ਕਰਨ ਦੇ
ਕੀ ਫਾਇਦੇ ਤੇ ਕੀ ਨੁਕਸਾਨ ਹੋ ਸਕਦੇ? ਬਿਲਕੁਲ ਜੀ, ਮੈਂ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜੇ ਤੁਸੀਂ ਘਰ ਵੇਚਣਾ ਜਾਂ ਲੈਣਾ, ਤੁਹਾਡੀ ਆਪਦੀ ਮਰਜ਼ੀ, ਤੁਸੀਂ ਰੀਅਲਟਰ ਨੂੰ ਵਿੱਚ ਪਾਉਣਾ ਜਾਂ ਨਹੀਂ ਪਾਉਣਾ। ਪਰ ਜਿਹੜਾ ਇੱਕ ਰੀਅਲਟਰ ਆ ਜੀ, ਉਹ ਲਾਇਸੈਂਸਡ ਆ, ਉਹ ਐਕਸਪਰਟ ਆ, ਉਹਨਾਂ ਨੇ ਐਜੂਕੇਸ਼ਨ ਕੀਤੀ ਹੋਈ ਆ, ਐਂਡ ਉਹ ਇੱਕ ਸੰਸਥਾ ਵੱਲੋਂ, ਜਿਵੇਂ ਲਾਇਰ ਦੀ ਮੰਨ ਲਓ ਡਿਗਰੀ ਹੋ ਗਈ ਤੇ ਉਹ ਇੱਕ ਸੰਸਥਾ ਨੂੰ ਬਿਲੋਂਗ ਕਰਦੇ ਨੇ, ਉਹਨਾਂ ਦਾ ਲਾਇਸੈਂਸ ਉੱਥੋਂ ਇਸ਼ੂ ਹੋਇਆ ਤੇ ਜਿਹਦੇ ਬੇਸ ਤੇ ਉਹ ਕਰ ਸਕਦੇ ਨੇ, ਚਾਹੇ ਉਹ ਅਕਾਊਂਟੈਂਟ ਆ, ਚਾਹੇ ਉਹ ਇੰਜੀਨੀਅਰ ਆ, ਜਿਵੇਂ ਆਪਾਂ ਕਹਿ ਦਈਏ ਪੈਗਾ ਵਾ। ਇਦਾਂ ਹੀ ਰੀਅਲਟਰ ਇੱਕ ਸੰਸਥਾ ਨੂੰ ਬਿਲੋਂਗ ਕਰਦੇ ਨੇ ਅਲਬਰਟਾ ਦੇ ਵਿੱਚ, ਰੀਕਾ, ਰੀਅਲ ਸਟੇਟ ਕਾਉਂਸਲ ਆਫ ਅਲਬਰਟਾ, ਤੇ ਉਹਨਾਂ ਦੀ ਫਿਡਿਊਸ਼ੀਅਰੀ ਡਿਊਟੀ ਬਣ ਜਾਂਦੀ ਹੈ, ਜੇ ਤੁਸੀਂ ਇੱਕ ਰੀਅਲਟਰ ਨੂੰ ਹਾਇਰ ਕਰਦੇ ਹੋ ਤੇ ਤੁਹਾਨੂੰ ਉਹ ਸਰਵਿਸਿਜ਼ ਦੇਣ ਤੇ ਵਧੀਆ ਸਰਵਿਸਿਜ਼ ਦੇਣ, ਫਿਡਿਊਸ਼ੀਅਰੀ ਡਿਊਟੀ ਤੁਹਾਡੇ ਵਾਸਤੇ ਉਹ ਵਧੀਆ ਰੱਖਣ। ਜੇ ਹੁਣ ਤੁਸੀਂ ਘਰ ਡਾਇਰੈਕਟ ਲੈਂਦੇ ਹੋ, ਚਾਹੇ ਸ਼ੋ ਹੋਮ 'ਚੋਂ ਲੈਂਦੇ ਹੋ ਜਾਂ ਤੁਸੀਂ ਕਿਸੇ ਆਮ ਬੰਦੇ ਨਾਲ ਡਾਇਰੈਕਟ ਡੀਲ ਕਰ ਲੈਂਦੇ ਹੋ, ਸ਼ੋ ਹੋਮ ਦੇ ਵਿੱਚ ਜਿਹੜਾ ਬੰਦਾ ਬੈਠਾ 99% ਚਾਂਸਸ ਆਰ ਵੀ ਉਹ ਰੀਅਲਟਰ ਨਹੀਂ ਹੈ, ਜਸਟ ਅ ਸੇਲਸ ਪਰਸਨ। ਉਹਨਾਂ ਨੇ ਅੱਜ ਤੁਹਾਨੂੰ ਘਰ ਵੇਚਿਆ, ਕੱਲ੍ਹ ਨੂੰ ਉਹ ਕਿਤੇ ਹੋਰ ਜੌਬ ਕਰ ਰਹੇ ਨੇ, ਉਹ ਸ਼ਾਇਦ ਇੰਡਸਟਰੀ ਛੱਡ ਜਾਣ ਜਾਂ ਉਹ ਕਿਸੇ ਹੋਰ ਬਿਲਡਰ ਨਾਲ ਹਾਇਰ ਹੋ ਜਾਣ। ਸੋ ਉਹਨਾਂ ਦੀ ਤੁਹਾਡੇ ਪ੍ਰਤੀ ਜਿਹੜੀ ਥੋੜੀ ਜਿਹੀ ਫਿਡਿਊਸ਼ਰੀ ਡਿਊਟੀ ਆ, ਇੰਨੀ ਜ਼ਿਆਦਾ ਨਹੀਂ ਹੋਏਗੀ, ਕਿਉਂਕਿ ਨਾ ਤਾਂ ਉਹਨਾਂ ਨੂੰ ਲਾਇਸੈਂਸ ਖੋਣ ਦਾ ਡਰ ਆ। ਤੁਸੀਂ ਦੇਖਿਆ ਹੋਏਗਾ ਰੀਅਲਟਰ ਦੇ ਲਾਇਸੈਂਸ ਵੀ ਜ਼ਬਤ ਹੋਏ ਨੇ, ਮੋਰਗੇਜ ਬ੍ਰੋਕਰਸ ਵੀ ਹੋਏ ਨੇ, ਕਿਉਂਕਿ ਉਹਨਾਂ ਨੇ ਫਰਾਡ ਕੀਤੇ ਨੇ। ਬਿਲਕੁਲ। ਤੇ ਹੁਣ ਜੇ ਉਹ ਸੇਲਸਮੈਨ ਫਰਾਡ ਕਰਦਾ ਜਾਂ ਕੋਈ ਪ੍ਰਾਈਵੇਟ ਬੰਦਾ ਤੁਹਾਡੇ ਨਾਲ ਫਰਾਡ ਕਰਦਾ, ਉਹਨਾਂ ਨੂੰ ਆਪਦੀ ਰੋਜ਼ੀ ਰੋਟੀ ਦਾ ਜਾਂ ਆਪਦੇ ਕਿੱਤੇ ਦਾ ਫਿਕਰ ਕੋਈ ਨਹੀਂ, ਕਿਉਂਕਿ ਉਹਨਾਂ ਕੋਲ ਲਾਇਸੈਂਸ ਨਹੀਂ ਹੈ। ਦੂਜੀ ਗੱਲ ਇਹ ਆ ਵੀ ਜੇ ਹੁਣ ਤੁਸੀਂ ਇੱਕ ਅਕਾਊਂਟੈਂਟ ਨੂੰ ਹਾਇਰ ਕਰਦੇ ਹੋ, ਯੂ ਪੇ ਫॉर ਦ ਸਰਵਿਸ, ਤੁਸੀਂ ਉਹਨਾਂ ਨੂੰ ਐਕਸਪਰਟ ਹਾਇਰ ਕੀਤਾ, ਜਾਂ ਲਾਇਰ ਆ, ਜਾਂ ਡਾਕਟਰ ਆ, ਜਾਂ ਇੰਜੀਨੀਅਰ ਆ, ਐਨੀਬਾਡੀ। ਸੋ ਬਿਲਕੁਲ ਜਿਹੜੀ ਹੁਣ ਅਸੀਂ ਡੇਲੀ ਕੰਮ ਕਰਦੇ ਹਾਂ ਜੀ, ਸਾਡਾ ਡੇਲੀ ਦਾ ਕੰਮ ਆ ਡੀਲ ਕਰਨਾ ਕੰਟਰੈਕਟਸ ਦੇ ਵਿੱਚ, ਠੀਕ ਹੈ ਜੀ। ਜੇ ਹੁਣ ਤੁਸੀਂ ਡਾਇਰੈਕਟ ਡੀਲ ਕਰ ਲਓ, ਕਈ ਯਾਰ ਬਿੱਲੀਆਂ ਨੇ ਕੀਤੇ ਵੀ ਨੇ, ਜਾਂ ਕਹਿੰਦੇ ਭਾਜੀ ਅਸੀਂ ਕਰ ਲਿਆ, ਸਾਡੀ ਹੈਲਪ ਕਰ ਦਿਓ, ਪਰ ਇਟਸ ਟੂ ਲੇਟ, ਕਿਉਂਕਿ ਉਹਨਾਂ ਨੇ ਕੰਟਰੈਕਟ ਲਿਖ ਲਿਆ ਹੋਇਆ ਜਾਂ ਸਾਈਨ ਕਰ ਲਿਆ, ਜੋ ਕਿ ਰਾਈਟ ਕੰਟਰੈਕਟ ਨਹੀਂ ਹੈ, ਜੋ ਸਹੀ ਕੰਟਰੈਕਟ ਨਹੀਂ ਹੈ, ਜਿਹਦੇ ਵਿੱਚ ਕੰਡੀਸ਼ਨਸ ਜਾਂ ਟਰਮਸ ਸਹੀ ਨਹੀਂ ਹਨ। ਬਿਲਕੁਲ। ਤੇ ਉਹ ਫਿਰ ਮੁੜ ਕੇ ਜਦੋਂ ਕਲੋਜ਼ਿੰਗ ਕਰਨੀ ਹੈ ਜਾਂ ਟ੍ਰਾਂਜੈਕਸ਼ਨ ਕੰਪਲੀਟ ਕਰਨਾ, ਜਾਂ ਘਰ ਦੀ ਪੋਜੈਸ਼ਨ ਲੈਣੀ ਹੈ, ਜਾਂ ਘਰ ਦੀ ਪੋਜੈਸ਼ਨ ਦੇਣੀ ਆ, ਉਹਦੇ ਵਿੱਚ ਫਿਰ ਤੁਹਾਨੂੰ ਪ੍ਰੋਬਲਮ ਆਉਂਦੀ ਆ। ਬਿਲਕੁਲ, ਮੈਂ ਇਸੇ ਕਰਕੇ ਕੁਐਸਚਨ ਪੁੱਛਿਆ ਜੀ। ਮੈਂ ਕੁਝ ਖਾਸ ਦੋਸਤ ਮਿੱਤਰ ਸੀਗੇ, ਉਹਨਾਂ ਨੇ ਇਦਾਂ ਹੀ ਡਾਇਰੈਕਟ ਡੀਲ ਕਰ ਲਈ, ਪਰ ਜਦੋਂ ਪੋਜੈਸ਼ਨ ਤੇ ਪਹੁੰਚੇ ਨਾ ਜੀ, ਤੇ ਉਹਨਾਂ ਦੀ ਕੀ ਕਹਿੰਦੇ ਨੇ ਵੀ ਬੱਲੇ ਬੱਲੇ ਹੋ ਚੁੱਕੀ ਸੀ। ਹਾਂਜੀ, ਸੋ ਇਹੀ ਸਾਡਾ ਫਰਜ਼ ਹੈ ਜੀ, ਕਿਉਂਕਿ ਜਿਹੜਾ ਆਪਣਾ ਆਪਾਂ ਕਹਿੰਦੇ ਆ ਵੀ ਕੰਟਰੈਕਟ ਆ, ਉਹ ਬ੍ਰੋਕਰ ਟੂ ਬ੍ਰੋਕਰ ਹੋਇਆ ਹੋਇਆ। ਅਸੀਂ ਮੀਡੀਏਟਰ ਆ, ਅਸੀਂ ਤੁਹਾਡੇ ਨਾਲ ਉਹ ਨੈਗੋਸ਼ੀਏਟ ਕਰਕੇ ਸਾਰੀ ਚੀਜ਼ ਵਧੀਆ ਲਿਖ ਕੇ ਪ੍ਰੋਪਰ ਕੱਲੀ ਚੀਜ਼ ਉਹ ਆਪਾਂ ਕੰਟਰੈਕਟ ਦੇ ਵਿੱਚ ਲਿਖੀ ਹੋਈ ਹੈ ਵੀ ਕੱਲ ਨੂੰ ਜਦੋਂ ਕਲੋਜ਼ਿੰਗ ਕਰਨੀ ਹੈ ਜਾਂ ਤੁਸੀਂ ਵੇਚਣਾ ਜਾਂ ਲੈਣਾ, ਤੁਸੀਂ ਕੋਈ ਵੀ ਪਾਰਟੀ ਹੋ ਸਕਦੇ ਹੋ, ਉਹ ਤੁਹਾਡਾ ਟ੍ਰਾਂਜੈਕਸ਼ਨ ਸਮੂਥਲੀ ਹੋ ਜਾਏ। ਤੇ ਜੋ ਤੁਸੀਂ ਐਕਸਪੈਕਟ ਕਰ ਰਹੇ ਹੋ, ਚਾਹੇ ਫਰਸਟ ਟਾਈਮ ਹੋ, ਸੈਕੰਡ ਟਾਈਮ ਹੋ, ਤੁਸੀਂ ਨਵਾਂ ਘਰ ਖਰੀਦਾ, ਤੁਹਾਡੇ ਸੁਪਨੇ ਨੇ, ਪੈਸੇ ਖਰਚੇ ਨੇ, ਇਟਸ ਅ ਬਿਗ ਇਨਵੈਸਟਮੈਂਟ ਹੈ ਨਾ, ਸਾਰੀ ਉਮਰ ਦੀ। ਸੋ ਤੁਹਾਡਾ ਉਹ ਜਿਹੜਾ ਟ੍ਰਾਂਜੈਕਸ਼ਨ, ਤੁਸੀਂ ਖੁਸ਼ ਹੋ ਕੇ ਉਹ ਘਰ ਲਵੋ, ਖੁਸ਼ ਹੋ ਕੇ ਉਹ ਘਰ ਵੇਚੋ, ਤੇ ਉਹ ਸਮੂਥ ਜਾ ਸਕੇ। ਕਿਉਂਕਿ ਉਹਨੂੰ ਪ੍ਰੋਪਰਲੀ ਆਪਾਂ ਤੁਹਾਨੂੰ ਗਾਈਡ ਕਰਕੇ ਉਸ ਕੰਟਰੈਕਟ ਨੂੰ ਲਿਖ ਕੇ ਸਮਝਾ ਕੇ ਬਕਾਇਦਾ ਆਪਾਂ ਉਹ ਕੰਪਲੀਟ ਕਰਕੇ ਲਾਇਰ ਕੋਲੋਂ ਉਹ ਕੰਪਲੀਟ ਕਰਾਉਣਾ। ਸੋ ਕਹਿਣ ਦਾ ਮਤਲਬ ਕਿ ਜਿਹੜਾ ਇੱਕ ਰੀਅਲਟਰ ਆ, ਉਹ ਬਾਇਰ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਦਾ ਜੀ, ਐਂਡ ਸੈਲਰ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਦਾ। ਬਿਲਕੁਲ। ਬੋਥ ਟ੍ਰਾਂਜੈਕਸ਼ਨ ਡਿਪੈਂਡਿੰਗ ਔਨ ਵੀ ਤੁਸੀਂ ਕਿਹੜੇ ਸਾਈਡ ਤੋਂ ਰਿਪਰੈਜ਼ੈਂਟ ਕਰ ਰਹੇ ਹੋ, ਚਾਹੇ ਐਜ਼ ਅ ਬਾਇਰ, ਚਾਹੇ ਐਜ਼ ਅ ਸੈਲਰ। ਸੋ ਉਹ ਹੁਣ ਉਸੇ ਹਿਸਾਬ ਨਾਲ ਗਾਈਡ ਕਰਨਾ ਆਪਾਂ ਕਲਾਇੰਟ ਨੂੰ ਵੀ ਤੁਹਾਨੂੰ ਕੀ ਸਟੈਪਸ ਫਾਲੋ ਕਰਨੇ ਚਾਹੀਦੇ ਨੇ, ਕੀ ਤੁਹਾਡੀਆਂ ਜ਼ਰੂਰਤਾਂ ਨੇ, ਤਾਂ ਕਿ ਜਦੋਂ ਤੁਸੀਂ ਟ੍ਰਾਂਜੈਕਸ਼ਨ ਬਿਗੇਸਟ ਪ੍ਰੋਬਲਮ ਤੇ ਤੁਹਾਨੂੰ ਵੀ ਪਤਾ ਹੋਈ ਹੈ, ਸਾਡੇ ਨਾਲ ਵੀ ਹੋਈ ਵੀ ਉਹ ਜਿਹੜਾ ਟ੍ਰਾਂਜੈਕਸ਼ਨ ਹੈ ਉਹ ਕੰਪਲੀਟ ਨਹੀਂ ਹੁੰਦਾ। ਕਿਉਂਕਿ ਆਪਣੇ ਕੋਲੇ ਕੰਟਰੈਕਟ ਸਹੀ ਨਹੀਂ, ਆਪਣੀ ਚੀਜ਼ਾਂ ਸਹੀ ਨਹੀਂ ਲਿਖੀਆਂ ਹੈਗੀਆਂ। ਆਪਾਂ ਪ੍ਰਾਈਸ ਦਾ ਵੀ ਹੋ ਸਕਦਾ ਆਪਾਂ ਸਸਤਾ ਲੈ ਲਿਆ, ਮਹਿੰਗਾ ਲੈ ਲਿਆ, ਕਿਉਂਕਿ ਆਪਾਂ ਸਿਰਫ ਉਹ ਚੀਜ਼ ਉਨੀ ਕੁ ਚੀਜ਼ ਦੇ ਨੌਲੇਜ ਆ। ਹੁਣ ਜੇ ਮੈਂ ਕਹਾਂ ਜੀ ਜਾ ਕੇ ਮੈਂ ਟਰੱਕਾਂ ਦਾ ਕੰਮ ਕਰ ਲੱਗ ਜਾਊਂ, ਸੇਲਸ ਤਾਂ ਨਹੀਂ ਕਰ ਸਕਦਾ, ਮੈਨੂੰ ਪਹਿਲਾਂ ਫੀਲਡ ਨੂੰ ਪੜ੍ਹਨਾ ਪੈਣਾ, ਸਿੱਖਣਾ ਪੈਣਾ, ਉਹ 'ਚ ਡੇਲੀ ਕੰਮ ਕਰਨਾ ਪੈਣਾ, ਤਾਂ ਮੈਨੂੰ ਉਹ ਪਤਾ ਲੱਗੂ, ਜਾਂ ਕੋਈ ਵੀ ਕੰਮ, ਐਨੀ ਸੇਲਸ ਕੰਮ। ਸੋ ਇਹੀ ਆ ਵੀ ਤੁਹਾਨੂੰ ਐਕਸਪਰਟ ਦੀ ਐਡਵਾਈਸ ਲਵੋ, ਤਾਂ ਕਿ ਤੁਹਾਨੂੰ ਸਹੀ ਗਾਈਡੈਂਸ ਮਿਲ ਸਕੇ, ਤੇ ਉਹ ਜਿਹੜਾ ਤੁਹਾਡਾ ਸੁਪਨਿਆਂ ਦਾ ਘਰ ਆ, ਜਾਂ ਤੁਸੀਂ ਵੇਚਣਾ, ਜਾਂ ਤੁਹਾਡੀ ਇਨਵੈਸਟਮੈਂਟ ਆ, ਉਹ ਸਹੀ ਕੰਪਲੀਟ ਹੋ ਸਕੇ। ਇੱਕ ਭਾਜੀ ਰੀਅਲ ਸਟੇਟ ਦੇ ਵਿੱਚ ਨਾ ਇੱਕ ਟਰਮ ਯੂਜ਼ ਹੁੰਦੀ ਆ, ਆਰਪੀਆਰ। ਹਾਂਜੀ, ਇਹ ਬਹੁਤ ਅਕਸਰ ਹੀ ਸੁਣੀ ਜਾਂਦੀ ਵੀ ਆਰਪੀਆਰ ਕਰਾਈ ਹੁੰਦੀ ਤੇ ਆਹ ਪ੍ਰੋਬਲਮ ਨਹੀਂ ਸੀ ਹੋਣੀ। ਬਿਲਕੁਲ ਜੀ, ਇਹ ਕੁਝ ਕੁ ਚੀਜ਼ਾਂ ਨੇ, ਤੇ ਆਰਪੀਆਰ ਇੱਕ ਬਹੁਤ ਹੀ ਅਹਿਮ ਹਿੱਸਾ ਕੰਟਰੈਕਟ ਦਾ, ਘਰ ਵੇਚਣ ਦਾ ਤੇ ਖਰੀਦਣ ਦਾ। ਠੀਕ ਹੈ ਜੀ। ਤੇ ਉਹ ਹੁਣ ਕਈ ਮਿੱਤਰਾਂ ਨੂੰ, ਆਪਣੇ ਦਰਸ਼ਕਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਆਰਪੀਆਰ ਦਾ ਆਪਾਂ ਕਹਿ ਦਿੰਦੇ ਆ, ਪਤਾ ਫੁੱਲ ਫਾਰਮ ਕੀ ਹੈ। ਫੁੱਲ ਫਾਰਮ ਇਹ ਜੀ ਰੀਅਲ ਪ੍ਰਾਪਰਟੀ ਰਿਪੋਰਟ, ਉਹ ਪ੍ਰਾਪਰਟੀ ਦੀ ਅਸਲੀ ਰਿਪੋਰਟ ਜੋ ਕਿ ਸਰਵੇਅਰ ਵੱਲੋਂ ਸਰਵੇ ਕਰਕੇ ਬਣਾਈ ਗਈ ਹੈ, ਵੀ ਇਹ ਕਿੱਥੇ ਬਣੀ ਹੋਈ ਹੈ, ਕਿੰਨੀ ਲੈਂਥ ਆ, ਕਿੰਨੀ ਹਾਈਟ ਆ, ਕਿੰਨੀ ਵਿਡਥ ਆ, ਕਿੱਥੇ ਫੈਂਸ ਆ, ਕਿੱਥੇ ਸਾਈਡ ਵਾਕ ਆ, ਉਹ ਸਟੈਂਪ ਲੱਗੀ ਹੈ ਇੰਜੀਨੀਅਰ ਦੀ, ਸਰਵੇਅਰ ਦੀ। ਫਿਰ ਉਹ ਸਿਟੀ ਆਫ ਐਡਮਿੰਟਨ ਜਾਂ ਸ਼ੇਰਵੁੱਡ ਪਾਰਕ ਜਾਂ ਜਿੱਥੇ ਵੀ ਉਹ ਘਰ ਬਣਿਆ ਹੈ, ਉੱਥੇ ਉਹ ਸਿਟੀ ਕੋਲੇ ਜਾ ਕੇ ਉਹ ਅਪਰੂਵ ਹੋਈ ਹੋਈ ਹੈ ਐਜ਼ ਪਰ ਦਾ ਗਾਈਡਲਾਈਨਸ ਆਫ ਦਾ ਨੇਬਰਹੁੱਡ, ਵੀ ਜਿੱਥੇ ਉਹ ਨੇਬਰਹੁੱਡ ਦੇ ਵਿੱਚ ਘਰ ਬਣਿਆ ਹੋਇਆ, ਉੱਤੇ ਉਹਦੇ ਸਟੈਂਪ ਲੱਗੀ, ਉਹ ਅਪਰੂਵ ਹੋਈ ਹੈ। ਫਿਰ ਉਹ ਤੁਹਾਨੂੰ ਕੋਈ, ਜਦੋਂ ਤੁਸੀਂ ਉਹ ਚੀਜ਼ ਲੈਂਦੇ ਹੋ, ਆਰਪੀਆਰ ਮਿਲਦੀ ਆ, ਤੁਹਾਨੂੰ ਕੋਈ ਨਕਾਰ ਨਹੀਂ ਸਕਦਾ ਵੀ ਆਹ ਚੀਜ਼ ਗਲਤ ਆ ਜਾਂ ਸਹੀ ਆ। ਜੇ ਤੁਸੀਂ ਉਹ ਨਹੀਂ ਲਈ, ਜਾਂ ਨਹੀਂ ਪ੍ਰੋਪਰ ਕੀਤੀ, ਜਾਂ ਨਹੀਂ ਪੜ੍ਹੀ, ਜਾਂ ਤੁਹਾਨੂੰ ਕਿਸੇ ਨੇ ਨਹੀਂ ਗਾਈਡ ਕੀਤਾ ਵੀ ਇਹ ਕੰਪਲਾਇੰਸ ਹੋਣੀ ਚਾਹੀਦੀ ਆ, ਵੀ ਚਲੋ
ਤੁਸੀਂ ਇਦਾਂ ਹੀ ਲੈ ਲਓ, ਕੋਈ ਗੱਲ ਨਹੀਂ ਐਜ਼ ਇਜ਼ ਲੈ ਲਓ, ਐਜ਼ ਇਜ਼ ਲੈ ਲਓ। ਇਹ ਬਹੁਤ ਵੱਡੀ ਇੱਕ ਭੁਲੇਖਾ ਪਾਊ ਟਰਮ ਜੀ ਹੈ ਜੀ। ਦੋ ਅੱਖਰ ਨੇ, ਇੱਕ ਅੱਖਰ ਦੇ ਦੋ ਸ਼ਬਦ, ਛੋਟੇ ਛੋਟੇ ਸ਼ਬਦ ਨੇ, ਤੇ ਉਹ ਮੁੜ ਕੇ ਹਾਂਜੀ ਐਜ਼ ਇਜ਼ ਲੈ ਲਓ, ਕੋਈ ਗੱਲ ਨਹੀਂ, ਇਹ ਚ ਕੀ ਹੋਇਆ ਜੀ, ਪੜ੍ਹਨੇ ਪਾਉਂਦੇ ਕਈ ਵਾਰੀ, ਪੜ੍ਹਨੇ ਪਾਉਂਦੇ। ਉਹ ਜ਼ਰੂਰੀ ਹੈ ਵੀ ਦੱਸਿਆ ਜਾਵੇ, ਸਮਝਾਇਆ ਜਾਵੇ, ਜਾਂ ਫਿਰ ਉਹਦੇ ਟਾਈਟਲ ਇੰਸ਼ੋਰੈਂਸ ਲਈ ਜਾਵੇ। RPR ਇਜ਼ ਤੇ ਟਾਈਟਲ ਇੰਸ਼ੋਰੈਂਸ ਬਹੁਤ ਲੰਮਾ ਟੌਪਿਕ, ਆਪਾਂ ਇੱਥੇ ਘੰਟੇ ਵਧੀ ਗੱਲ ਕਰ ਸਕਦੇ ਹਾਂ। ਆਪਾਂ ਲੋਅਰ ਨੂੰ ਵੀ ਇਨਵੋਲਵ ਕਰ ਸਕਦੇ ਹਾਂ, ਜ਼ਰੂਰੀ ਹੈ, ਕਿਉਂਕਿ ਉਹਨਾਂ ਨੇ ਤੁਹਾਨੂੰ ਇੰਸ਼ੋਰੈਂਸ ਲੈ ਕੇ ਦੇਣੀ ਹੈ, ਚਾਹੇ ਸੈਲਰ ਨੇ ਜਾਂ ਨਹੀਂ, ਤੇ ਉਹ ਜ਼ਰੂਰੀ ਵੀ ਹੈ। ਤੇ ਅੱਜ ਕੱਲ ਉਹ ਥੋੜਾ ਜਿਹਾ ਉਸ ਤੋਂ ਆਪਾਂ ਪੱਖੋਂ ਦੂਰ ਚੱਲ ਰਹੇ ਹਾਂ RPR ਤੋਂ, ਕਿਉਂਕਿ ਜੇ ਆਪਾਂ ਨਵਾਂ ਘਰ ਲੈਂਦੇ ਆ, ਉਹ ਤੇ ਆਪਾਂ ਡੈਕ ਬਣਾਉਣਾ ਹੁੰਦਾ, ਜਾਂ ਆਪਾਂ ਫੈਂਸ ਬਣਾ ਲੈਣੀ ਹੁੰਦੀ ਆ, ਤੇ ਉਹ ਫਿਰ ਆਪਾਂ ਨੂੰ ਦੁਬਾਰਾ ਨਵੀਂ ਬਣਾਉਣੀ ਪੈਂਦੀ ਆ। ਸਾਈਡ ਵਾਕ ਬਣਾ ਲੈਂਦੇ, ਸਾਈਡ ਵਾਕ ਆਪਾਂ ਸਾਈਡ ਡੋਰ ਸੈਪਰੇਟ ਐਂਟਰੈਂਸ ਵਾਸਤੇ, ਜਾਂ ਆਪਾਂ ਡਰਾਈਵਵੇ ਐਕਸਟੈਂਡ ਕਰ ਲਿਆ, ਉਹ ਫਿਰ ਆਪਾਂ ਨੂੰ ਦੁਬਾਰਾ ਨਵੀਂ ਬਣਾਉਣੀ ਪੈਂਦੀ ਆ, ਦੁਬਾਰਾ ਕੰਪਲਾਈਂਸ ਕਰਾਉਣੀ। ਉਹ ਵੀ ਜ਼ਰੂਰੀ ਹੈ ਕਿ ਆਪਾਂ ਉਹਦੀ ਰਾਈਟ ਐਡਵਾਈਸ ਲਈਏ, ਚਾਹੇ ਐਜ਼ ਅ ਟਾਈਟਲ ਇੰਸ਼ੋਰੈਂਸ, ਚਾਹੇ ਲੋਅਰ ਕੋਲੋਂ, ਚਾਹੇ ਰੀਅਲਟਰ ਕੋਲੋਂ, ਤਾਂ ਕਿ ਤੁਹਾਨੂੰ ਸਹੀ ਸਟੈਪਸ ਦੱਸ ਕੇ ਉਹ ਟ੍ਰਾਂਜੈਕਸ਼ਨ ਤੁਹਾਡਾ ਕੰਪਲੀਟ ਕਰਾਇਆ ਜਾ ਸਕੇ। ਇੱਕ ਹੋਰ ਬੜਾ ਅਹਿਮ ਸਵਾਲ ਹੈ ਜੀ, ਹਾਂਜੀ, ਕਿ ਕਈ ਦੋਸਤ ਚਾਹੁੰਦੇ ਹੁੰਦੇ ਆ ਭਾਈ ਕਸਟਮ ਮੇਡ ਹੋਮ ਬਣਾਉਣਾ ਮੈਂ। ਬਿਲਕੁਲ ਜੀ। ਪਹਿਲੀ ਗੱਲ ਤਾਂ ਇਹ ਵੀ ਸਾਡੇ ਐਡਮਿੰਟਨ ਸ਼ਹਿਰ ਜਾਂ ਆਲੇ ਦੁਆਲੇ ਦੇ ਵਿੱਚ ਕਿਹੜੀਆਂ ਆਪਸ਼ਨਸ ਨੇ। ਹਾਂਜੀ। ਨੰਬਰ 2, ਹਾਂਜੀ, ਕਿ ਕਸਟਮ ਮੇਡ ਹੋਮ ਬਣਾਉਣਾ ਬਿਹਤਰ ਆ ਜਾਂ ਬਣਿਆ ਬਣਾਇਆ ਬਿਲਡਰ ਕੋਲੋਂ ਜਾਂ ਕਿਸੇ ਪ੍ਰਾਈਵੇਟ ਬਾਇਰ ਸੈਲਰ ਕੋਲੋਂ ਕਰ ਲੈਣਾ? ਕੀ ਸਲਾਹ ਦੋਗੇ ਤੁਸੀਂ ਸਾਡੇ ਦਰਸ਼ਕਾਂ ਨੂੰ? ਦੇਖੋ ਜੀ, ਆਪਸ਼ਨਸ ਤਾਂ ਆਪਣੇ ਕੋਲ ਐਡਮਿੰਟਨ ਸਰਾਊਂਡਿੰਗ ਨਹੀਂ ਸਾਰੇ ਕਿਤੇ ਹੈਗੀਆਂ, ਚਾਹੇ ਉਹ ਸ਼ੇਰਵੁੱਡ ਪਾਰਕ ਹੋਵੇ, ਚਾਹੇ ਉਹ ਫੋਰਟ ਸਸਕੈਚਨ ਹੋਵੇ, ਚਾਹੇ ਉਹ ਲਡੂਕ ਹੋਵੇ, ਚਾਹੇ ਉਹ ਬੋਮਾਂਟ ਹੋਵੇ, ਜਾਂ ਇੰਟੀਰੀਅਰ ਐਡਮਿੰਟਨ ਦੇ ਵਿੱਚ ਲਾ ਲਓ, ਸਾਊਥ ਸਾਈਡ, ਨਾਰਥ ਸਾਈਡ, ਵਿੰਡਰਮੀਅਰ, ਐਨੀਵੇਅਰ, ਔਰ ਈਵਨ ਇਨਫਿਲ। ਤੁਸੀਂ ਬਿਲਕੁਲ, ਜੇ ਹੁਣ ਤੁਸੀਂ ਯੂਨੀਵਰਸਿਟੀ ਜੌਬ ਕਰਦੇ ਹੋ ਜਾਂ ਡਾਊਨਟਾਊਨ ਜੌਬ ਕਰਦੇ ਹੋ, ਤੁਹਾਨੂੰ ਐ ਵੀ ਤੁਸੀਂ ਮੈਚੁਰ ਨੇਬਰਹੁੱਡ ਦੇ ਵਿੱਚ ਲੈਣਾ, ਤੁਸੀਂ ਉੱਥੇ ਵੀ ਬਣਾ ਸਕਦੇ ਹੋ, ਉੱਥੇ ਲੈ ਵੀ ਸਕਦੇ ਹੋ। ਕਸਟਮ ਆਪਾਂ ਜਿਵੇਂ ਕਹਿੰਦੇ RPR ਵਾਂਗੂ ਆਪਾਂ ਟਰਮ ਬੜੀ ਲੂਜ਼ਲੀ ਯੂਜ਼ ਕਰਦੇ ਹਾਂ। ਕਸਟਮ ਦੇ ਵਿੱਚ ਹੈ ਕੀ ਚੀਜ਼ਾਂ ਉਹਦੇ ਚ ਇਨਵੋਲਵਡ ਨੇ, ਇਨ ਟਰਮਸ ਆਫ ਵੀ ਤੁਹਾਨੂੰ ਮਿਲਣਾ ਕੀ ਆ, ਉਹਦੀ ਟਰਮ ਕੀ ਆ ਪ੍ਰੋਪਰ, ਉਹਦੇ ਚ ਅਪਗ੍ਰੇਡਸ ਕੀ ਹੋਣਗੀਆਂ, ਬੇਸਮੈਂਟ ਫਿਨਿਸ਼ ਹੋਏਗੀ, ਸੈਪਰੇਟ ਐਂਟਰੈਂਸ ਹੋਏਗੀ, ਜਾਂ ਕਿੱਦਾਂ ਦੀ ਉਹਦੇ ਚ ਅਪਲਾਇੰਸਸ ਲੱਗੇ ਹੋਣਗੇ, ਜਾਂ ਉਹਦੇ ਚ ਮਟੀਰੀਅਲ ਕਿੱਦਾਂ ਦਾ ਲੱਗਣਾ, ਜਾਂ ਵਟ ਐਵਰ ਦੋ ਕਾਸਟ ਜਿਹੜੀ ਬਣਨੀ ਆ, ਆਪਾਂ ਕਹਿ ਦਿੰਦੇ ਹਾਂ ਕਸਟਮ ਵੀ ਬਾਹਰ ਸਟੱਕੋ ਲੱਗਣੀਆਂ, ਸਾਈਡਿੰਗ ਲੱਗਣੀ, ਜਾਂ ਕੀ ਕਰਨਾ, ਆਲ ਦੋਜ਼ ਥਿੰਗਸ ਐਡ ਅਪ। ਉਹ ਜ਼ਰੂਰੀ ਨੇ ਕਿ ਵੀ ਆਪਾਂ ਬੈਠ ਕੇ ਡੀਟੇਲ ਦੇ ਵਿੱਚ ਉਹਨੂੰ ਕਰ ਸਕੀਏ। ਮੈਂ ਕਹਿੰਦਾ ਕਸਟਮ ਘਰ ਬਣਾਉਣਾ, ਜੇ ਅਵੇਲੇਬਿਲਿਟੀ ਹੈ, ਜੇ ਤੁਸੀਂ ਕਰ ਸਕਦੇ ਹੋ, ਤੁਹਾਡਾ ਬਜਟ ਹੈ, ਜ਼ਰੂਰ ਬਣਾਓ। ਉਹਦੇ ਨਾਲ ਕੀ ਆ ਵੀ ਤੁਸੀਂ ਆਪਦੀ ਮਰਜ਼ੀ ਦਾ ਘਰ ਬਣਾ ਸਕਦੇ ਹੋ, ਤੁਸੀਂ ਉਹ 'ਚ ਰਹਿਣਾ, ਖੁਸ਼ ਹੋ ਸਕਦੇ ਹੋ। ਪਰ ਮੈਂ ਹਮੇਸ਼ਾ ਇਹ ਸਲਾਹ ਦਿੰਦਾ ਵੀ ਜਦੋਂ ਤੁਸੀਂ ਘਰ ਲੈਣਾ, ਘਰ ਤੁਸੀਂ ਵੇਚਣਾ ਵੀ ਆ। ਤੁਸੀਂ ਇੰਨਾ ਉਹਨੂੰ ਪਰਸਨਲਾਈਜ਼ ਨਾ ਕਰੋ, ਇੰਨਾ ਉਹਨੂੰ ਨਾ ਬਣਾਓ ਉਹ ਵੀ ਤੁਸੀਂ ਆਪਦੇ ਯੂਜ਼ ਲਈ ਬਣਾ ਲਿਆ ਤੇ 5-7 ਸਾਲਾਂ ਨੂੰ ਤੁਹਾਡੀ ਗਰੋਥ ਹੋ ਗਈ, ਫੈਮਿਲੀ ਵੱਡੀ ਹੋ ਗਈ, ਜਾਂ ਤੁਸੀਂ ਕਿਤੇ ਮੂਵ ਹੋਣਾ, ਤੁਹਾਡੀ ਜੌਬ ਵੱਡੀ ਹੋ ਗਈ, ਬਿਜ਼ਨਸ ਵੱਡਾ ਹੋ ਗਿਆ, ਤੇ ਹੁਣ ਤੁਸੀਂ ਉਹ ਘਰ ਵੇਚਣਾ ਤੇ ਮੁੜ ਕੇ ਫਿਰ ਉਹ ਵਿਕਦਾ ਨਹੀਂ, ਕਿਉਂ? ਤੁਸੀਂ ਉਹਨੂੰ ਜ਼ਿਆਦਾ ਪਰਸਨਲਾਈਜ਼ ਕਰ ਲਿਆ। ਸੋ ਆਪਾਂ ਉਹ ਵੀ, ਮੈਂ ਹਮੇਸ਼ਾ ਇਹ ਕਹਿੰਦਾ, ਜੋ ਵੀ ਮੇਰੇ ਕੋਲ ਕਲਾਇੰਟ ਆਉਂਦੇ ਨੇ, ਵੀ ਤੁਸੀਂ ਅੱਜ ਘਰ ਲੈ ਰਹੇ ਹੋ, ਪਰ ਇਹ ਸੋਚੋ ਵੀ ਤੁਸੀਂ ਅੱਜ ਇਹ ਘਰ ਲੈ ਨਹੀਂ ਰਹੇ, 5-7 ਸਾਲਾਂ ਨੂੰ ਤੁਸੀਂ ਇਹ ਘਰ ਵੇਚ ਰਹੇ ਹੋ, ਤੇ ਤੁਸੀਂ ਉਹ ਘਰ ਵੇਚਣਾ। ਸੋ ਉਹ ਵੀ ਜ਼ਰੂਰੀ ਹੈ ਵੀ ਆਪਾਂ ਉਹਨੂੰ ਜ਼ਿਆਦਾ ਪਰਸਨਲਾਈਜ਼ ਨਾ ਕਰੀਏ, ਉਹਨੂੰ ਆਪਾਂ ਜੋ ਟ੍ਰੈਂਡਸ ਨੇ, ਜੋ ਮਾਰਕੀਟ ਦੇ ਵਿੱਚ ਵਿਕਦਾ ਹੈ, ਉਸ ਹਿਸਾਬ ਨਾਲ ਥੋੜਾ ਜਿਹਾ ਉਹਨੂੰ ਰੱਖੀਏ, ਤਾਂ ਕਿ ਉਹਨੂੰ ਵੇਚਣ ਦੇ ਵਿੱਚ ਆਪਾਂ ਨੂੰ ਸੌਖ ਰਹੇ ਇਵੈਂਚੁਅਲੀ। ਕਹਿੰਦਾ ਮਤਲਬ ਕਿ ਜਿਹੜਾ ਡ੍ਰੀਮ ਹੋਮ ਤੁਹਾਡੇ ਦਿਮਾਗ ਦੇ ਵਿੱਚ ਆ, ਉਹ ਇਦਾਂ ਦਾ ਬਣਾਓ ਕਿ ਉਹ ਬਾਕੀਆਂ ਦਾ ਵੀ ਡ੍ਰੀਮ ਹੋਮ ਲੱਗੇ, ਬਾਕੀਆਂ ਦਾ ਵੀ ਡ੍ਰੀਮ ਹੋਮ ਲੱਗੇ। ਤੇ ਉਹਦੇ ਵਿੱਚ ਆਏ ਆ ਵੀ ਜੇ ਹੁਣ ਆਪਾਂ ਕੁਇਕਲੀ ਰੈਪ ਅਪ ਕਰ ਦਈਏ ਵੀ ਜੇ ਤੁਹਾਨੂੰ ਬਣਿਆ ਬਣਾਈ ਚੀਜ਼ ਮਿਲਦੀ ਆ, ਤੁਹਾਨੂੰ ਪਤਾ ਯੂ ਆਰ ਨਾਟ ਐਨ ਇੰਟੀਰੀਅਰ ਡਿਜ਼ਾਈਨਰ, ਤੁਸੀਂ ਆਰਕੀਟੈਕਚਰ ਨਹੀਂ ਹੈ, ਤੁਹਾਨੂੰ ਚੀਜ਼ ਜੇ 95% ਵਧੀਆ ਲੱਗ ਰਹੀ ਹੈ ਨਾ, ਉਸ ਨੂੰ ਲੈ ਲਓ। ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਵਧੀਆ ਬਣ ਜੇ, ਤੇ ਆਪਣੇ ਕੋਲ ਉਹ ਗੱਲ ਪੂਰੀ ਨਹੀਂ ਉਤਰਦੀ, ਤੇ ਬਾਅਦ 'ਚ ਫਿਰ ਆਪਾਂ ਪਛਤਾਉਂਦੇ ਹਾਂ, ਉਹ ਆ ਕੀ ਕਰ ਬੈਠੇ, ਬਣਿਆ ਬਣਾਇਆ ਲੈ ਲੈਂਦੇ, ਬਣਿਆ ਬਣਾਇਆ ਗੱਲ। ਹਾਂਜੀ ਹਾਂਜੀ। ਤੁਸੀਂ ਜੀ RPR ਇੱਕ ਵਰਡ ਸੀ, ਉਹਦੀ ਫੁੱਲ ਫਾਰਮ ਦੱਸੀ। ਹਾਂਜੀ। ਅੱਜ ਇੱਕ ਹੋਰ ਖੁਲਾਸਾ ਕਰ ਦਿਓ। ਹਾਂਜੀ। ਇੱਕ ਨੈਮ ਕਲਾਰ ਇੱਕ ਟਰਮ ਹੈ, ਇਹਦੀ ਵੀ ਕਰ ਦਿਓ ਜੀ ਅੱਜ ਐਬਰੀਵੇਸ਼ਨ। ਨੈਮ ਜੀ, ਛੋਟੇ ਹੁੰਦੇ ਮੇਰਾ ਨਾਂ ਸੀਗਾ ਜੀ, ਪਿੰਡ ਦੇ ਵਿੱਚ ਆਪਾਂ ਛੋਟੇ ਹੁੰਦੇ ਨਮਨ ਕਹਿੰਦੇ ਸੀਗੇ। ਠੀਕ ਹੈ ਜੀ। ਪੂਰਾ ਮੇਰਾ ਨਾਂ ਜੀ ਹੈਗਾ ਜੀ ਨਮਨਦੀਪ ਸਿੰਘ ਕਲਾਰ। ਠੀਕ ਹੈ ਜੀ। ਤੇ ਜਦੋਂ ਇੱਥੇ ਆਏ, ਇੱਥੇ ਨਮਨ ਮੰਨ ਲਓ ਤੁਹਾਨੂੰ ਪਤਾ ਨੈਮੈਨ ਕਹਿ ਦਿੰਦੇ ਸੀ, ਗੋਰਿਆਂ ਨੂੰ ਸਕੂਲ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਸੀ, ਤੇ ਮੇਰੇ ਰਿਸ਼ਤੇਦਾਰੀ ਦੇ ਵਿੱਚ ਅੰਕਲ ਜੀ ਸੀ, ਉਹ ਜਿਵੇਂ ਕਹਿੰਦੇ ਵੀ ਇੱਥੋਂ ਪਹਿਲਾਂ ਦੇ ਆਏ ਹੋਏ ਸੀ, ਪੜ੍ਹੇ ਲਿਖੇ ਸੀ, ਉਹ ਕਹਿੰਦੇ ਆਪਾਂ ਨਮਨ ਨੂੰ ਵੀ ਹੋਰ ਛੋਟਾ ਕਰ ਦਿੰਦੇ ਹਾਂ, ਉਹਨਾਂ ਨੇ ਨੈਮ ਕਰਤਾ। ਤੇ ਉਹ ਜਿਵੇਂ ਕਹਿੰਦੇ ਸੈਮ ਦੇ ਨਾਲ ਮਿਲਦਾ ਜੁਲਦਾ, ਰੈਮ ਨੈਮ, ਉਹਨਾਂ ਨੇ ਨੈਮ ਕਰਤਾ, ਤੇ ਜੀ ਬਸ ਉਸ ਤੋਂ ਬਾਅਦ ਨੈਮ ਨੈਮ ਤੇ ਨੈਮ ਹੀ ਚੱਲਦਾ ਰਿਹਾ ਜੀ। ਮੈਨੂੰ ਲੱਗਦਾ ਵਾ ਜੀ ਖਾਸ ਕਰਕੇ ਜਿਹੜੇ ਐਡਮਿੰਟਨ ਵਾਸੀ ਨੇ, ਉਹ ਤੁਹਾਨੂੰ ਪਹਿਲਾਂ ਨੈਮ ਕਲਾਰ ਦੇ ਨਾਂ ਤੇ ਹੀ ਜਾਣਦੇ ਸੀ। ਬਿਲਕੁਲ ਜੀ। ਤੇ ਉਹਨਾਂ ਵਾਸਤੇ ਇੱਕ ਵੱਡਾ ਖੁਲਾਸਾ ਹੋਏਗਾ ਕਿ ਨੈਮ ਕਲਾਰ ਦਾ ਅਸਲੀ ਨਾਮ ਹੈਗਾ ਨਮਨਦੀਪ ਸਿੰਘ। ਦੀਪ ਸਿੰਘ। ਸੋ ਭਾਜੀ, ਗੱਲਬਾਤ ਵਾਕਈ ਬਹੁਤ ਇੰਟਰਸਟਿੰਗ ਹੁੰਦੀ ਆ, ਔਰ ਲੱਗਦਾ ਵੀ ਹੋਰ ਗੱਲਬਾਤ ਕਰੀਏ, ਹੋਰ ਵੀ ਬੜੇ ਰੀਅਲ ਸਟੇਟ ਵਿਸ਼ਾ ਹੀ ਨਾ ਮੁੱਕਣ ਵਾਲਾ ਜੀ ਇਹ। ਬਿਲਕੁਲ, ਕੋਈ ਨਾ ਜੀ, ਅਸੀਂ ਤੁਹਾਨੂੰ ਦੁਬਾਰਾ ਸਟੂਡੀਓ ਵਿੱਚ ਸੱਦੇ ਰਵਾਂਗੇ। ਜ਼ਰੂਰ ਜੀ। ਅੱਜ ਤੁਸੀਂ ਸਾਡੇ ਸਟੂਡੀਓ 'ਚ ਆਏ, ਸਾਡੇ ਦਰਸ਼ਕਾਂ ਨਾਲ ਰੀਅਲ ਸਟੇਟ ਇੰਡਸਟਰੀ ਨਾਲ ਰਿਲੇਟਡ ਬਹੁਤ ਅਹਿਮ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਸੋ ਇਹ ਸਨ ਨੈਮ ਕਲਾਰ ਜੀ, ਜਿਹੜੇ ਕਿ ਐਡਮਿੰਟਨ ਸ਼ਹਿਰ ਦੇ ਵਿੱਚ ਪਿਛਲੇ ਲੰਬੇ ਅਰਸੇ ਤੋਂ ਰੀਅਲ ਸਟੇਟ ਦੀਆਂ ਸੇਵਾਵਾਂ ਦੇ ਰਹੇ ਨੇ। ਆਸ ਕਰਦੇ ਹਾਂ ਕਿ ਜਿਹੜੀ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ, ਰੀਅਲ ਸਟੇਟ ਦੀਆਂ ਬਾਰੀਕੀਆਂ ਉੱਪਰ ਗੱਲਬਾਤ ਕੀਤੀ ਆ, ਉਹ ਤੁਹਾਡੇ ਲਈ ਲਾਹੇਵੰਦ ਹੋਵੇਗੀ। ਔਰ ਆਉਣ ਵਾਲੇ ਐਪੀਸੋਡਸ ਦੇ ਵਿੱਚ ਹੋਰ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹਾਂਗੇ।
ਐਡਮਿੰਟਨ ਸਟੂਡੀਓ ਤੋਂ ਮਨਜੀਤ ਸਿੰਘ ਫਿਰਮਾਨ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।